ਸਾਧ ਸੰਗਤ ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨਾ ਤਪ ਕਿਹਨੂੰ ਪਿਆਰਾ ਹੋਣਾ? ਤਿੰਨ ਯੁਗ ਤਪ, ਨੇੜੇ ਨਾ ਤੇੜੇ ਸਮਾਂ। ਜੰਗ ਵਾਸਤੇ ਤੁਹਾਨੂੰ ਪ੍ਰਗਟ ਕੀਤਾ, ਦੂਜਾ ਪ੍ਰਯੋਜਨ ਹੈ। ਤਪ ਤੋਂ ਪ੍ਰਗਟ ਕੀਤਾ ਹੈ, ਜੰਗ ਵਾਸਤੇ ਪ੍ਰਗਟ ਕੀਤਾ ਹੈ। ਜੰਗ ਹੀ ਤੁਹਾਨੂੰ ਪਿਆਰਾ ਹੋਊਗਾ, ਧਰਮ ਦਾ ਯੁੱਧ ਕਰਿਆ ਕਰੋਗੇ। ਐਸੇ ਬਚਨ ਸਤ ਸੰਗਤ ਜੀ ਦੇਵੀ ਨਾ ਹੋਏ ਨੇ। ਜਿਸ ਪ੍ਰਕਾਰ ਅੱਗੇ ਕਥਾ ਆ ਰਹੀ ਹੈ, ਆਪ ਬਿਰਤੀਆਂ ਨੂੰ ਉਜਾਗਰ ਕਰੋ। ਹਲੇ ਸਤ ਸੰਗੀ ਚੰਡੀ ਨਾ ਹੋਰ ਥੋੜੇ ਜਿਹੇ ਬਚਨ ਵਿਲਾਸ ਹੋ ਰਹੇ ਨੇ। ਇਹਦੇ ਨਾਲ ਬਚਨ ਵਿਲਾਸ ਕਰਕੇ ਦੁਸ਼ਟ ਦਮਨ ਜੀ ਨੇ ਉਸ ਵੇਲੇ ਸਮੁੰਦਰ ਰਖੀ ਜੋ ਪਿਤਾ ਰੂਪ ਹਨ ਜਿਨ੍ਹਾਂ ਨੇ ਪ੍ਰਗਟ ਕੀਤੇ ਨੇ, ਉਹਨਾਂ ਕੋਲੇ ਬਚਨ ਵਿਲਾਸ ਕਰਨੇ। ਉਸ ਤੋਂ ਬਾਅਦ ਆਪਨੇ ਤਪ ਕਰਨਾ ਹੈ। ਇਹ ਕਥਾ ਆ ਰਹੀ ਹੈ, ਆਪਾਂ ਰਸ ਮਾਣੀਏ। ਸੁਣੋ। ਤਾਵਤ ਇਸ ਸਰੀਰ ਕੋ ਤਾਰੋ। ਚੰਡੀ ਕਹਿਣ ਲੱਗੀ, ਹੇ ਦੁਸ਼ਟ ਦਮਨ ਜੀ, ਜਿੰਨਾ ਚਿਰ ਤੁਹਾਡੀ ਇੱਛਾ ਹੈ ਆਪਣੇ ਸਰੀਰ ਨੂੰ ਇਸ ਨੂੰ ਰੱਖ ਸਕਦੇ ਹੋ। ਕਿਉਂ? ਜਿਹੜਾ ਸਤ ਸੰਗਤ ਜੀ ਅਕਾਲ ਪੁਰਖ ਦਾ ਉਪਾਸ਼ਕ ਹੈ, ਉਪਾਸ਼ਨਾ ਦਾ ਫਲ ਇਹ ਹੈ, ਜਿਹਦੀ ਉਪਾਸ਼ਨਾ ਕਰੀਏ ਉਹਦੇ ਵਰਗੇ ਹੋ ਜਾਈਦਾ। ਜਿਨ ਹਰ ਜਪਿਆ ਸੇ ਹਰ ਹੋਏ। ਜਿਹਨੇ ਅਕਾਲ ਪੁਰਖ ਦੀ ਸਤ ਸੰਗਤ ਦੀ ਉਪਾਸ਼ਨਾ ਕੀਤੀ ਹੈ, ਉਹਦੇ ਨੇੜੇ ਕਾਲ ਨਹੀਂ ਆਊਗਾ। ਤੁਸੀਂ ਆਪਣੀ ਇੱਛਾ ਅਨੁਸਾਰ ਸਰੀਰ ਰੱਖ ਸਕਦੇ ਹੋ। ਕਲਯੁਗ ਦਾ ਆਰੰਭ ਆਵੇਗਾ, ਉਸ ਵੇਲੇ ਤੁਸੀਂ ਪੰਥ ਸਜਾਓਗੇ। ਗੁਰੂ ਨਾਨਕ ਦੇਵ ਜੀ 9ਵੀਂ ਜੋਤ ਤੋਂ ਬਾਅਦ 10ਵੇਂ ਸਰੂਜ ਤੁਸੀਂ ਪ੍ਰਗਟ ਹੋਵੋਗੇ। ਇਹ ਭਵਿੱਖਤ ਬਚਨ ਚੰਡੀ ਨੇ ਦੱਸ ਦਿੱਤੇ ਨੇ। ਨਾਲ ਹੀ ਕਹਿਣ ਲੱਗੀ, ਉਹਨਾਂ ਚਿਰ ਤੁਸੀਂ ਤਪ ਕਰੋ। ਤਪ ਪਰੇ ਤਪ ਕੋ ਤਪੋ ਤੁਮ ਮਾਹੇ। ਤੁਹਾਨੂੰ ਤਪ ਪਿਆਰਾ ਹੈ, ਉਤਸ਼ਾਹ ਦੇ ਨਾਲ ਤਪੱਸਿਆ ਕਰੋ। ਤਪ ਅਵਨਾਸੀ ਨਰ ਤਨ ਧਰ ਹੈ। ਕਲਯੁਗ ਦਾ ਸਮਾਂ ਆਵੇਗਾ, ਆਰੰਭ ਦੇ ਵਿੱਚ ਅਵਨਾਸੀ ਪਰਮੇਸ਼ਰ ਨਿਰੰਕਾਰ ਆਪ ਆਪਣਾ ਸਰੀਰ ਧਾਰੇਗਾ। ਆਪ ਨਰੈਣ ਕਲਾ ਧਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਆਪ ਗੁਰੂ ਨਾਨਕ ਦੇਵ ਜੀ ਅਵਤਾਰ ਧਾਰਿਆ ਹੈ। ਨੌ ਮੂਰਤ ਵਰਤੇ ਜਗ ਬੀਚ। ਉਹ ਫਿਰ ਕੀ ਕਰਨਗੇ? ਜੋ ਤੋਹਾ ਜੁਗਤ ਸਹਿਸਾ ਕਾਇਆ ਫਿਰ ਪਲਟੀਆ। 9 ਸਰੂਪਾਂ ਚ ਵਰਤਣਗੇ। ਜਿਸ ਵੇਲੇ 9ਵਾਂ ਸਰੂਪ ਹੋਊਗਾ ਤਖਤ ਤੇ, ਦਸਮ ਸਰੀਰ ਉਪਜ ਹੈ ਤੇਰੋ। ਚੰਡੀ ਕਹਿਣ ਲੱਗੀ, 10ਵਾਂ ਜਾਮਾ ਤੁਹਾਡਾ ਹੋਵੇਗਾ। ਪਰ ਵਿਛੇ ਜੋਤ ਮਹਾ ਹਿਤ ਸੀਚ। ਜਿਹਦੇ ਨਾਲ ਤੁਸੀਂ ਹਿਤ ਰੱਖਿਆ ਹੈ, ਭਾਵਨਾ ਰੱਖੀ ਹੈ ਵਾਹਿਗੁਰੂ ਦੇ ਤਪ ਸਿਮਰਨ ਭਜਨ ਵਿੱਚ, ਉਹ ਜਿਹੜੀ ਜੋਤ ਹੈ ਤੁਹਾਡੇ ਹਿਰਦੇ ਚ ਪ੍ਰਵੇਸ਼ ਹੋਵੇਗੀ। ਇੰਕਾਰ ਰੂਪ ਮੈਂ ਲੈ ਹੋਏ। ਇੰਕਾਰ ਰੂਪ ਮੈਂ ਲੈ ਹੋਏ। ਇੰਕਾਰ ਇੱਕ ਓੰਕਾਰ ਇੱਕ ਓੰਕਾਰ। ਤੁਸੀਂ ਇੱਕ ਓੰਕਾਰ ਜਿਹੜਾ ਸਰੂਪ ਹੈ ਵਾਹਿਗੁਰੂ ਦਾ, ਉਹਦੇ ਵਿੱਚ ਲੀਨ ਹੋ ਜਾਵੋਗੇ। ਪੰਥ ਪ੍ਰਕਾਸ਼ੇ ਦੇ ਰਿਪ ਮੀਚ। ਬੈਰੀਆਂ ਨੂੰ, ਦੁਸ਼ਟਾਂ ਨੂੰ ਤੁਸੀਂ ਮੌਤ ਦੇ ਘਾਟ ਉਤਾਰੋਗੇ। ਪੰਥ ਖਾਲਸਾ ਰਚੋਗੇ ਆਪਣੀ ਸਵੈ ਇੱਛਾ ਅਨੁਸਾਰ। ਧਰਮ ਥਿਰੇ ਬਿਥਰੇ ਜਸ ਪਾਵਨ। ਤੁਸੀਂ ਧਰਮ ਨੂੰ ਇਸਤ ਰੱਖਣਾ ਚਾਹੁੰਦੇ ਹੋ, ਇਸੇ ਕਰਕੇ ਤੁਹਾਡਾ ਜਸ ਬੜਾ ਪਾਵਨ ਪਵਿੱਤਰ ਫੈਲੇਗਾ ਕਲਯੁਗ ਦੇ ਆਰੰਭ ਵਿੱਚ। ਕਰੇ ਉਦਾਹਰਣ ਊਚ ਰੋ ਨੀਚ। ਨੀਚੋਂ ਉੱਚ ਕਰੇ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਆਪ ਜਿਹੜੇ ਨੀਚ ਤੋਂ ਨੀਚ ਕੋਈ ਨਾ ਜਾਣਾ ਕੋਈ ਨਾ ਮਾਨਾ, ਸੇ ਪ੍ਰਗਟ ਹਰ ਦੁਆਰੇ। ਜਿਹੜੇ ਨੀਵੇਂ ਤੇ ਉਪਨੀਵੇਂ, ਜਿਨ੍ਹਾਂ ਨੂੰ ਕੋਈ ਝੱਲੂਗਾ ਨਹੀਂ, ਉਹਨਾਂ ਨੂੰ ਵੀ ਤੁਸੀਂ ਮੁਕਤ ਕਰੋਗੇ। ਇਮਕੈ ਜਗਤ ਈਸ਼ਰੀ ਤੈਸ਼ਨ। ਕਿਉਂ? ਸਤ ਸੰਗਤ ਜੀ ਬਚਨ ਕਹਿ ਕੇ ਜਗ ਦੇ ਈਸ਼ਰ ਪਰਮੇਸ਼ਰ ਦੀ ਸ਼ਕਤੀ ਈਸ਼ਰੀ ਕਹਿ ਲੋ, ਉਸ ਵੇਲੇ ਅਲੋਪ ਹੋਈ। ਉਪਜਾਇਓ ਔਰ ਪ੍ਰੇਮ ਅਪਾਰ। ਅਲੋਪ ਹੋਣ ਲੱਗੀ ਸਤ ਸੰਗਤ ਜੀ, ਵਿਦਿਆ ਹੋਣ ਲੱਗੀ, ਪ੍ਰੇਮ ਕਰ ਰਹੀ ਹੈ ਦੁਸ਼ਟ ਦਮਨ ਨਾਲ। ਲਗੀ ਚਾਟਵੇ ਅੰਗਨ ਸੁੰਗਤ। ਉਸ ਵੇਲੇ ਮਹਾਰਾਜ ਦੇ ਚਰਨ ਚੱਟਣ ਲੱਗੀ ਖਾਲਸਾ ਜੀ। ਅੰਗਾਂ ਨੂੰ ਸੁੰਘਦੀ ਹੈ, ਪਿਆਰ ਕਰਦੀ ਹੈ ਕਿ ਆਪ ਜੈਸਾ ਪਰਉਪਕਾਰ ਕਿਸੇ ਨੇ ਨਹੀਂ ਕਰਨਾ। ਜੇ ਤੁਹਾਨੂੰ ਤਪੱਸੀ ਪ੍ਰਗਟ ਨਾ ਕਰਦਾ ਤਾਂ ਅੱਜ ਮੇਰੀ ਰਾਖਸ਼ ਗੁੱਤ ਪੱਟ ਕੇ ਰੱਖ ਦਿੰਦੇ, ਬਹੁਤ ਬੁਰਾ ਹਾਲਤ ਹੁੰਦੀ ਮੇਰੀ। ਜਤਾ ਬਦਸ ਕੋ ਤੈਨੂੰ ਪਿਆਰ। ਜਿਵੇਂ ਸਤ ਸੰਗਤ ਜੀ ਆਪਣੇ ਬਾਲਕ ਨੂੰ ਗਊ ਚੱਟਦੀ ਹੈ, ਪਿਆਰ ਕਰਦੀ ਹੈ। ਹੇ ਸੁਤ ਇਹ ਕਿਰਪਾਨ ਲਗ ਲੀਜੇ। ਕਹਿਣ ਲੱਗੀ, ਹੇ ਪਿਆਰੇ ਸੁਪੁੱਤਰ, ਆ ਜਿਹੜੀ ਕਿਰਪਾਨ ਹੈ ਇਹ ਗਾਤਰਿਓ ਨਹੀਂ ਤਿਆਗਣੀ ਕਦੇ ਵੀ। ਨਿਜ ਤਨ ਸੋ ਨਿਤ ਰਖੋ ਸੰਭਾਰ। ਆਪਣੇ ਸਰੀਰ ਨਾਲ ਸੰਭਾਲ ਕੇ ਰੱਖਣੀ ਹੈ। ਸਿੰਘ ਖਾਲਸੇ ਹੋਏ ਖਾਲਸਾ। ਤੁਹਾਡੇ ਪਿਤਾ ਨੇ ਤੁਹਾਨੂੰ ਸੰਕਟ ਦੇ ਸਮੇਂ ਵਿੱਚ
ਸ਼ੇਰ ਦੀ ਖੱਲ ਝੜਕ ਕੇ ਉਹਦੇ ਚ ਤੁਹਾਨੂੰ ਪ੍ਰਗਟ ਕੀਤਾ ਹੈ। ਇਸ ਕਰਕੇ ਸ਼ੇਰ ਸਭ ਤੋਂ ਵੱਡਾ ਸੂਰਮਾ ਮੰਨਿਆ ਹੈ ਔਰ ਸੁੱਧ ਮੰਨਿਆ ਹੈ। ਤੁਸੀਂ ਖਾਲਸਾ ਪ੍ਰਗਟ ਕਰੋਗੇ, ਖਾਲਸਾ ਸਦਵਾਵੋਗੇ। ਛਤਰੀ ਪਦ ਸਭ ਆਯੁਧ ਧਾਰ, ਔਰ ਛਤਰੀਆਂ ਵਾਲੀ ਤੁਹਾਡੀ ਪਦਵੀ ਹੋਊ, ਸ਼ਸਤਰ ਧਾਰੀ ਹੋਵੋਗੇ। ਤੇਜ ਸਿੰਘ ਕੋ ਸਦਾ ਪ੍ਰੋਗਮ, ਇਸੇ ਤਰ੍ਹਾਂ ਜਿਹੜੇ ਖਾਲਸੇ ਨੂੰ ਪ੍ਰਗਟ ਕਰੋਗੇ ਉਹਨਾਂ ਦਾ ਤੇਜ ਜਿਹੜਾ ਅੱਗੇ ਹੋਵੇਗਾ ਉਹ ਸ਼ੇਰ ਵਰਗਾ ਹੋਵੇਗਾ। ਅੱਗਾ ਰਹਿਤ ਸਹਿਤ ਜੇ ਸਿੰਘ ਉਦਾਰ, ਕਿਹਦਾ ਹੋਵੇਗਾ ਸ਼ੇਰ ਵਰਗਾ? ਰੋਹਬਦਾਵ ਜਿਹੜੇ ਰਹਿਤ ਸਹਿਤ ਹੋਣਗੇ। ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਇਸੇ ਕਰਕੇ ਮਹਾਰਾਜ ਨੇ ਰਹਿਤ ਬਹਿਤ ਦੀ ਬਹੁਤ ਮਹਿਮਾ ਕਹੀ ਹੈ। ਪਿੱਛੇ ਪਛਤਾਵਾ ਹੋਏ ਤਿਨ ਮਹਿ, ਇਹ ਵੀ ਦੱਸ ਰਹੀ ਹੈ ਵਿਦਿਆ ਹੋਣ ਲੱਗੀ ਚੰਡੀ ਕਿ ਜਿਹੜੇ ਕਹਿਆ ਨਹੀਂ ਨਾ ਮੰਨਣਗੇ ਤੁਹਾਡਾ, ਕੁਝ ਸਮਾਂ ਤੁਹਾਡਾ ਖਾਲਸਾ ਜਿਹੜਾ ਪ੍ਰਗਟ ਕਰੋਗੇ 10ਵੇਂ ਜਾਮੇ ਚ ਜਾ ਕੇ, ਸਤਜੁਗ ਦੇ ਬਚਨ ਹੋ ਰਹੇ ਨੇ। ਖਾਲਸਾ ਹੀ ਸਤਿਗੁਰ ਦੇ ਸਤਜੁਗ ਦੇ ਸਮੇਂ ਵਿੱਚ ਇਹ ਬਚਨ ਜਿਹੜੇ ਕਿ ਵਾਪਰਨੇ ਨੇ ਕਲਯੁਗ ਦੇ ਆਰੰਭ ਦੇ ਵਿੱਚ। ਸੋ ਕਹਿ ਰਹੀ ਹੈ ਕਿ ਤਕਰੀਬਨ ਆਪ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਬੜੇ ਭਾਰੀ ਕਸ਼ਟ ਆਉਣਗੇ ਖਾਲਸੇ ਨੂੰ। ਔਰ ਉਨਮਾਦ ਵਸਤੇ ਧਾਰ, ਤੁਹਾਡੇ ਸੇਵਕ ਵਸਤੂ ਅਮੋਲਕ ਰਾਜ ਰਜਵਾੜੇ ਹੋ ਜਾਣਗੇ। ਰਾਜ ਪਾ ਕਰਕੇ ਉਹਨ ਅਨਮਾਦ ਦਲਿੱਦਰ ਧਾਰ ਲੈਣਗੇ। ਆਲਸੀ ਹੋ ਜਾਣਗੇ, ਖਾਣਾ ਪੀਣਾ ਮਰਜ਼ਾਦਾ ਨਹੀਂ ਰੱਖਣਗੇ, ਸ਼ਰਾਬੀ ਕਬਾਬੀ ਹੋ ਜਾਣਗੇ। ਕਸ਼ਟ ਦੇਹ ਕੋ ਤੋਏ ਪੰਥ ਕੋ, ਤੇਰੇ ਪੰਥ ਦੀ ਦੇਹ ਨੂੰ ਕਸ਼ਟ ਬਹੁਤ ਆਵੇਗਾ। ਉਬਰੇ ਮਰੇ ਸੋ ਜੁਧ ਮਝਾਰ, ਪਰ ਜਿਹੜੇ ਸ਼ਹੀਦੀਆਂ ਪਾਉਣਗੇ ਉਹ ਤਰ ਜਾਣਗੇ। ਜਿਹੜੇ ਬਚਣਗੇ ਉਹ ਵੀ ਭਗਤੀ ਕਰਨਗੇ। ਇਮ ਕਹਿ ਕੇ ਅਰ ਬਹੁ ਹਿਤ ਕਰਕੇ, ਇਉਂ ਕਹਿ ਕੇ ਬਹੁਤ ਪਿਆਰ ਦੇ ਨਾਲ, ਪ੍ਰੇਮ ਸਾਥ ਤਨ ਸਰਬ ਨਿਹਾਰ। ਪ੍ਰੇਮ ਦੇ ਨਾਲ ਸਤ ਸੰਗਤ ਜੀ ਦੁਸ਼ਟ ਦਮਨ ਜੀ ਦਾ ਸਰੂਪ ਦੇਖਿਆ ਸੋਹਣਾ। ਭਈ ਸੋ ਲੋਪ ਭਗਵਤੀ ਤਹ ਤੇ, ਇਹ ਭਗਵਤੀ ਉਸੇ ਵੇਲੇ ਸਤ ਸੰਗਤ ਜੀ ਅਲੋਪ ਹੋ ਗਈ ਉਸ ਜਗ੍ਹਾ ਤੋਂ। ਦੁਸ਼ਟ ਦਮਨ ਨਿਜ ਨਾਮ ਧਰਾਏ, ਇਧਰ ਆਪਣਾ ਦੁਸ਼ਟ ਦਮਨ ਨਾਮ ਰਖਾ ਕਰਕੇ ਸੱਚੇ ਪਾਤਸ਼ਾਹ ਤਪਸੀ ਪੁਰਖ ਗਇਓ ਪਿਤ ਕੇ ਠੱਗ। ਇਹ ਤਪਸੀ ਦੁਸ਼ਟ ਦਮਨ ਜੀ ਸਤ ਸੰਗਤ ਜੀ ਕਿੱਥੇ ਗਏ? ਆਪਣੇ ਪਿਤਾ ਜੀ ਕੋਲੇ ਗਏ ਬਿੰਦੀਆ ਚਲਤੇ। ਦਰਸ਼ਨ ਦੇਖਤ ਸੀਸ ਨਵਾਏ, ਜਾ ਕੇ ਸਮੁੰਦਰਖੀ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਜਾਮੇ ਚ ਜੋ ਸਨ ਜਾ ਕੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ ਚਰਨਾਂ ਤੇ। ਪੁੱਤਰ ਬਲੋਕਤ ਹਰਖਤ ਹੋਏ ਕਰ, ਪਤਾ ਸੀ ਕਿ ਅਸੀਂ ਉਹ ਸ਼ੇਰ ਦਾ ਖੱਲ ਝਾੜ ਕੇ ਪ੍ਰਗਟ ਕੀਤਾ ਹੈ, ਸਾਡੇ ਪੁੱਤਰ ਹਨ। ਪੁੱਤਰ ਨੂੰ ਦੇਖ ਕਰਕੇ ਦੁਸ਼ਟ ਦਮਨ ਜੀ ਨੂੰ ਬੜੇ ਖੁਸ਼ ਹੋਏ। ਦੁਰਗਾ ਬਰ ਲਖ ਬਾਕ ਲਾਏ, ਦੁਰਗਾ ਨਾਲ ਜਿਸ ਪ੍ਰਕਾਰ ਚੰਡੀ ਨਾਲ ਬਚਨ ਹੋਏ ਨੇ ਮਹਾਰਾਜ ਅੰਤਰਜਾਮੀ ਨੇ ਸਮੁੰਦਰਖੀ ਗੁਰੂ ਤੇਗ ਬਹਾਦਰ ਜੀ ਬਚਨ ਕਹੇ ਉਸ ਵੇਲੇ। ਸ਼ਕਤੀ ਕਰ ਪ੍ਰਸੰਨ ਹੈ ਸੁਤ ਤਾ, ਇਹ ਪਿਆਰੇ ਸੁਪੁੱਤਰ ਤਾਂ ਜੰਗ ਕਰਕੇ ਕੁਰਬਾਨੀ ਕੀਤੀ ਹੈ, ਚੰਡੀ ਨੂੰ ਖੁਸ਼ ਕਰ ਲਿਆ ਹੈ। ਵਰ ਲੀਨਸ ਕਰਕੇ ਚਿਤ ਚਾਏ, ਬਹੁਤ ਚਾਅ ਦੇ ਨਾਲ ਤਾਂ ਉਹਨਾਂ ਕੋਲ ਉਹਦੇ ਕੋਲੋਂ ਅਸ਼ੀਰਵਾਦਾਂ ਲੈ ਲੀਆਂ ਹਨ। ਯੁੱਧ ਕਰਨ ਕੋ ਬਰ ਇਹ ਲੀਨਸ, ਤਾਂ ਯੁੱਧ ਕਰਨ ਦਾ ਵਰ ਵੀ ਲੈ ਲਿਆ। ਯੁੱਧ ਹੇਤ ਹੀ ਮੈਂ ਉਪਜਾਏ, ਅਸੀਂ ਤੈਨੂੰ ਜੰਗ ਕਰਨ ਵਾਸਤੇ ਹੀ ਪ੍ਰਗਟ ਕੀਤਾ ਸੀ। ਜਿਹੜੇ ਰਾਖਸ਼ ਬੇਲ ਸਵੇਰ ਸੀ ਸਾਨੂੰ ਮਾਰਨ ਆਉਂਦੇ ਸੀ, ਅਸੀਂ ਬ੍ਰਹਮ ਪ੍ਰਾਇਣ ਸੀ, ਵਿਦਿਆਰਥੀਆਂ ਨੂੰ ਵਿਦਿਆ ਸਿਖਾ ਰਹੇ ਸੀ। ਉਹ ਵੀ ਸਤੋਮਈ ਬਿਰਤੀ ਵਾਲੇ ਵਿਦਿਆਰਥੀ, ਕਿਸੇ ਨੂੰ ਖੇਚਣ ਨਹੀਂ ਦਿੱਤੀ। ਅਸੀਂ ਆਪਣੇ ਤਪ ਦੇ ਬਲ ਦੇ ਨਾਲ ਸ਼ੇਰ ਦੀ ਖੱਲ ਨੂੰ ਝਾੜਿਆ ਤੇ ਤੁਸੀਂ ਪ੍ਰਗਟ ਕੀਤੇ। ਇਸ ਕਰਕੇ ਤੁਹਾਨੂੰ ਜੰਗ ਵਾਸਤੇ ਹੀ ਪ੍ਰਗਟ ਕੀਤਾ ਸੀ। ਅਦਕ ਜੁਧ ਹਿਤ ਕਰਤਾ ਸ਼ਰਦਾ, ਤੁਸੀਂ ਸ਼ਰਧਾ ਰੱਖਦੇ ਹੋ ਹੇ ਸੁਪੁੱਤਰ ਜੀ ਜੰਗ ਕਰਨ ਵਾਸਤੇ। ਜੁਧ ਸੋ ਆਨੰਦਨ ਹਿਰਦੇ ਬਸਾਏ, ਤੁਹਾਡੇ ਹਿਰਦੇ 'ਚ ਧਰਮ ਦਾ ਜੰਗ ਕਰਨਾ ਹੀ ਬਸਦਾ ਹੈ। ਰਛਿਆ ਮੋਹਿ ਕਰੋ ਇਮ ਜਾਨੋ, ਅਸੀਂ ਜਾਣਦੇ ਹਾਂ ਸਾਡੀ ਗਾਹਾਂ ਨੂੰ ਵੀ ਰੱਖਿਆ ਕਰੋਗੇ। ਆਰ ਬਲਾ ਬਾਲਕ ਜਬ ਪਾਏ, ਜਦੋਂ ਤੁਹਾਡੀ ਬਾਲਕ ਉਮਰ ਹੋਵੇਗੀ। ਖਾਲਸਾ ਜੀ ਅੱਜ ਵਿੰਧਿਆਚਲ ਪਰਬਤ ਤੇ ਬੈਠੇ ਹੋਏ ਸਮੁੰਦਰਖੀ ਦੇ ਜਾਮੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਭਵਿੱਖਤ ਦੇ ਬਚਨ ਆਪ ਵੀ ਕਹਿ ਰਹੇ ਨੇ। ਅਗਲੇ ਜਨਮ ਵਿੱਚ ਤੁਹਾਡੀ ਬਾਲਕ ਅਵਸਥਾ ਜਦੋਂ ਹੋਵੇਗੀ ਨਾ, ਉਦੋਂ ਵੀ ਤੁਸੀਂ ਸਾਡੀ ਰੱਖਿਆ ਕਰੋਗੇ। ਤਬ ਮੈਂ ਰਣ ਨਹੀਂ ਕਰਵ ਬਲੋਕਨ, ਅਸੀਂ ਤੁਹਾਡਾ ਪਰ ਜੰਗ ਨਹੀਂ ਦੇਖਾਂਗੇ। ਆਪਨੇ ਖਾਲਸਾ ਜੀ ਦਿੱਲੀ ਜਾ ਕੇ ਸੀਸ ਦੇ ਦੇਣਾ ਹੈ। 9 ਸਾਲ ਦੀ ਉਮਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੋਵੇਗੀ। ਦੱਸ ਰਹੇ ਨੇ ਹੇ ਸੁਪੁੱਤਰ ਕਲਯੁਗ ਦੇ ਆਰੰਭ ਵਿੱਚ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ 9ਵੀਂ ਜੋਤ ਵਿੱਚ ਹੋਵਾਂਗੇ, ਤੁਸੀਂ 10ਵੇਂ ਜਾਮੇ 'ਚ ਪ੍ਰਗਟ ਹੋਵੋਗੇ ਪੁੱਤਰ। ਜਿਵੇਂ ਹੁਣ ਤੁਸੀਂ ਸਾਡੇ ਪੁੱਤਰ ਹੋ,
ਉਦੋਂ ਵੀ ਪੁੱਤਰ ਰੂਪ ਹੋ ਕਰਕੇ ਜਨਮ ਧਾਰੋਗੇ, ਪਰ ਮੈਂ ਤੁਹਾਡਾ ਜੰਗ ਨਹੀਂ ਦੇਖਾਂਗਾ। हे सुत इसको रचो उपाय। ਇਹ ਪਿਆਰੇ ਸੁਪੁੱਤਰ, ਇਹ ਸਾਰੇ ਮਲੇਸ਼ਾਂ ਨੂੰ ਨਾਸ਼ ਕਰਨ ਦੇ ਜਿਹੜੇ ਉਪਾਅ ਯਤਨ ਨੇ, ਇਹ ਤੁਸੀਂ ਹੀ ਕਰਨੇ ਨੇ। ਹੁਣ ਤਪ ਕਰੋਗੇ, ਇਸ ਤਪ ਦੇ ਬਲ ਦੇ ਨਾਲ ਕਲਯੁਗ ਦੇ ਸਮੇਂ 'ਚ ਤੁਰਕਾਂ ਨੂੰ ਨਾਸ਼ ਕਰਕੇ ਹਿੰਦ ਧਰਮ ਦੀ ਰੱਖਿਆ ਕਰੋਗੇ। जिम गोभी तूरन होए उत्पत। ਜਿਵੇਂ ਗੋਬ ਹੈ ਜਿਹੜੀ ਸਤ ਸੰਗਤ ਜੀ ਲੈਗਰ ਹੈ, ਉਹ ਬਹੁਤ ਛੇਤੀ ਨਿਕਲਦੀ ਆ ਥੱਲੇ ਤੋਂ, ਧਰਤੀ ਤੋਂ ਖੁੰਬਾਦਕ। तिम उपजो मुझ ते हे नंद। ਇਸ ਪੁੱਤਰ ਐ ਬੜੀ ਛੇਤੀ ਤੁਸੀਂ ਪ੍ਰਗਟ ਹੋਏ ਹੋ ਖੱਲ ਝਾੜਨ ਤੋਂ। लोक सर्वोत्तम ते शत प्राप्त। ਜਦੋਂ ਤੁਸੀਂ ਤਪ ਕਰੋਗੇ, ਸੱਚਖੰਡ ਤੋਂ ਆਓਗੇ ਵਾਪਸ ਮੁੜ ਕੇ, यहाँ ते नाम सहोत गोबिंद। ਤੁਸੀਂ ਸੱਚਖੰਡੋਂ ਮੁੜ ਕੇ ਆ ਕੇ ਫਿਰ ਦੁਬਾਰਾ ਅਵਤਾਰ ਧਾਰੋਗੇ ਕਲਯੁਗ ਦੇ ਆਰੰਭ ਵਿੱਚ, ਤੁਹਾਡਾ ਨਾਮ ਗੋਬਿੰਦ ਹੋਵੇਗਾ। ਇਹ ਮਹਾਰਾਜ ਸਤ ਸੰਗਤ ਜੀ ਸਮੁੰਦਰਖੀ ਨੇ ਦੇ ਰੂਪ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਨੇ ਵਰ ਦੇ ਦਿੱਤਾ ਸੀ ਕਿ ਤੁਹਾਡਾ ਨਾਮ ਗੋਬਿੰਦ ਹੋਵੇਗਾ। ਸਿੰਘ ਸੋ ਪਦ ਦੇਵੀ ਦੇ ਪੂਰਬ। ਸਿੰਘ ਸ਼ੁੱਧ ਦੀ ਪਦਵੀ ਤੁਹਾਨੂੰ ਪਹਿਲਾਂ ਦੇਵੀ ਨੇ ਕਹਿ ਦਿੱਤਾ ਕਿ ਤੁਹਾਡਾ ਪੰਥ ਤੁਸੀਂ ਸਿੰਘ ਨਾਮ ਰਖਾਓਗੇ, ਪਹਿਲਾਂ ਬਚਨ ਹੋ ਚੁੱਕੇ ਨੇ ਚੰਡੀ ਦੇ ਨਾਲ, ਇਸ ਕਰਕੇ ਗੋਬਿੰਦ ਸਿੰਘ ਨਾਮ ਹੋਵੇਗਾ ਤੁਹਾਡਾ। ਅਬ ਤੁਮ ਤਪ ਕੋ ਤਪੋ ਬਲੰਦ। ਹੁਣ ਤੁਸੀਂ ਜਾਓ, ਜਾ ਕੇ ਤਪ ਕਰੋ ਬੜਾ ਭਾਰੀ। ਸਮਵਾਏ ਤਬ ਬਿਤੋ ਜਗ ਮੈਂ। ਜਦੋਂ ਸਮਾਂ ਆਵੇਗਾ ਸੰਸਾਰ 'ਚ ਦੁਬਾਰਾ ਪ੍ਰਗਟ ਹੋਇਓ, ਫਿਰਦੇ ਤੇਜ ਬੜ ਸੂਰ ਮਨਿੰਦ। ਸੂਰਜ ਵਾਂਗੂ ਤੁਹਾਡਾ ਬੜਾ ਤੇਜ ਪ੍ਰਤਾਪ ਵਧੇਗਾ। ਇਹ ਪਿਤਾ ਸਮੁੰਦਰਖੀ ਤੋਂ ਵੀ ਵਰਦਾਨ ਪ੍ਰਾਪਤ ਕੀਤਾ ਦੁਸ਼ਟ ਦਮਨ ਨੇ। ਕਹੇ ਪਿਤਾ ਕੇ ਉਗਰ ਸੂਰਮਾ। ਇਉਂ ਪਿਤਾ ਜੀ ਦੇ ਸਤ ਸੰਗਤ ਜੀ ਹੁਕਮ ਨੂੰ ਮੰਨਦੇ ਹੋਏ ਜੋ ਬੜੇ ਹਠੀ ਸੂਰਮੇ ਹਨ ਦੁਸ਼ਟ ਦਮਨ ਜੀ, ਮਹਾ ਪ੍ਰਤਾਪਵੰਤ ਧਰ ਤੀਰ। ਧੀਰਜ ਧਾਰੀ ਬੜੇ ਪ੍ਰਤਾਪ ਵਾਲੇ ਹਨ। ਤੇਜਵੰਤ ਧਰਮਾਤਮ ਸਦਹੀ। ਧਰਮਾਤਮਾ ਪੁੰਨ ਸਰੂਪ ਨੇ, ਬੜੇ ਤੇਜ ਵਾਲੇ ਹਨ। ਅਤ ਉਦਾਰ ਗੁਣ ਨਿਤ ਪਰਵੀਰ। ਗੁਣਾ ਦੇ ਖਜ਼ਾਨੇ ਹਨ, ਬਲ ਵਾਲੇ ਹਨ ਸਤ ਸੰਗਤ ਜੀ, ਬਹੁਤ ਦਾਤੇ ਹਨ ਦਾਨੇ। ਬ੍ਰਿੰਦ ਅਰਿੰਦਮ ਆਯੁਧ ਧਾਰੀ। ਇਹ ਜੇ ਗੁਣਾ ਦੇ ਸੁਪੰਨ ਸਤ ਸੰਗਤ ਜੀ, ਸਾਰੇ ਬੈਰੀਆਂ ਨੂੰ ਦਬਾ ਦੇਣ ਵਾਲੇ ਸ਼ਸਤਰ ਧਾਰੀ ਦੁਸ਼ਟ ਦਮਨ ਜੀ। ਅਜਰ ਜਰਨ ਕਹੋ ਹਿਰਦਾ ਗੰਭੀਰ। ਹਿਰਦਾ ਇਹ ਜਿਹਾ ਗੰਭੀਰਤਾ ਵਾਲਾ ਹੋਛੇ ਨਹੀਂ ਹਨ ਦੁਸ਼ਟ ਦਮਨ ਜੀ। ਕੈਸੇ ਨੇ? ਅਜਰ ਸ਼ਕਤੀ ਨੂੰ ਜਰਨ ਵਾਲੇ ਨੇ, ਭਾਵ ਕਿ ਜਦੋਂ ਬਲ ਆ ਜਾਵੇ ਉਸ ਨੂੰ ਗੁਪਤ ਰੱਖਣ ਵਾਲੇ ਹਨ। ਪਰ ਉਪਕਾਰ ਕਰਨ ਅਬਲਾਖੀ। ਇੱਛਾ ਹਰ ਵੇਲੇ ਕੀ ਰਹਿੰਦੀ ਹੈ ਕਿ ਪਰਉਪਕਾਰ ਕਰਨਾ ਹੈ। ਤਰਨ ਗਿਆਨ ਕਹੋ ਕਰ ਧਨ ਤੀਰ। ਹੱਥ ਵਿੱਚ ਧਨਖ ਤੇ ਸਤਨੀ ਤੀਰ ਰੱਖਦੇ ਨੇ, ਗਿਆਨ ਦੇ ਸੂਰਜ ਹਨ। ਖੜਗ ਮਹਾਖਾ ਨਿਰਮਲ ਧਰਤਾ। ਬੜੀ ਸੋਹਣੀ ਤਿੱਖੀ ਧਾਰਾ ਵਾਲੀ ਤਲਵਾਰ ਧਾਰਨ ਵਾਲੇ ਗਾਤਰੇ। ਮਹਾਕਰਮ ਕਰਤਾ ਦੁਸਹਾਰ। ਜਿਹੜੇ ਨਾ ਸਹਾਰੇ ਜਾਣ ਵਾਲੇ ਸਤ ਸੰਗਤ ਜੀ, ਬੜੇ ਕੈੜੇ ਕੰਮ ਨੇ। ਜੰਗ ਦੇ ਮਲੇਸ਼ਾਂ ਦੇ ਨਾਲ ਮੁਕਾਬਲਾ ਕਰਨਾ, ਰਾਖਸ਼ਾਂ ਦੇ ਨਾਲ ਮੁਕਾਬਲਾ ਕਰਨ ਵਾਲੇ ਆਪ ਹੀ ਹਨ। ਅਬ ਬੰਧਨ ਚਰਨਨ ਪਰ ਧਰ ਕੇ। ਇਹ ਜੇ ਸਰੂਪ ਦੁਸ਼ਟ ਦਮਨ ਜੀ ਨੇ ਸਤ ਸੰਗਤ ਜੀ ਪਿਤਾ ਸਮੁੰਦਰਖੀ ਦੇ ਚਰਨਾਂ ਤੇ ਮੱਥਾ ਟੇਕਿਆ ਭਾਵਨਾ ਨਾਲ। ਆਏ ਸਰਾਵਰ ਕੀ ਸਿਰ ਧਾਰ। ਆਪ ਜੀ ਦੀ ਆਗਿਆ ਸਿਰ ਮੱਥੇ ਤੇ ਮੰਨੀ ਪਿਤਾ ਦੀ। ਕਹਿਓ ਆਪ ਕੋ ਮੈਂ ਸਭ ਕਰ ਹੂੰ। ਕਹਿਣ ਲੱਗੇ ਦੁਸ਼ਟ ਦਮਨ ਜੀ, ਹੇ ਪਿਤਾ ਜੀ, ਜੋ ਤੁਹਾਡਾ ਹੁਕਮ ਹੈ ਉਸ ਅਨੁਸਾਰ ਮੈਂ ਕਰਾਂਗਾ। ਸਰਬ ਪ੍ਰਕਾਰ ਸਦਾ ਅਨੁਸਾਰ। ਮੈਂ ਸਾਰਿਆਂ ਪੱਖਾਂ ਤੋਂ ਸਦਾ ਵਾਸਤੇ ਤੁਹਾਡਾ ਆਗਿਆਕਾਰੀ ਹਾਂ। ਇਮ ਕਹਿ ਗਏ ਤਵੇ ਤਪ ਤਾਪਨ। ਕਿਉਂ ਕਹਿ ਕੇ ਸਤ ਸੰਗਤ ਜੀ ਵਿਦਿਆ ਹੋ ਕੇ ਬਿੰਦੀਆਚਰ ਪਰਬਤ ਤੋਂ ਦੁਸ਼ਟ ਦਮਨ ਜੀ ਤਪ ਕਰਨ ਚਲੇ ਗਏ। ਨਿਕ ਭਾਂਤ ਕੇ ਤਪੇ ਉਦਾਰ। ਅਨੇਕਾਂ ਤਰ੍ਹਾਂ ਦੇ ਬੜੇ ਭਾਰੀ ਤਪ ਸਤ ਸੰਗਤ ਤਪਾਉਣਾ ਕੀਤੇ। ਕਾਨਨ ਮੈਂ ਬੜ ਉੱਚ ਪਹਾੜਨ। ਜੰਗਲਾਂ ਦੇ ਵਿੱਚ ਸਤ ਸੰਗਤ ਜੀ ਰਹਿਣਾ ਕੀਤਾ, ਉੱਚੀਆਂ ਪਹਾੜਾਂ ਤੇ ਰਹਿਣਾ ਕੀਤਾ। ਦਰੀ ਕੰਦਰਾ ਨਦੀ ਵਿਸਾਲ। ਨਦੀਆਂ ਦੇ ਕਿਨਾਰਿਆਂ ਦੇ ਉੱਤੇ ਸਤ ਸੰਗਤ ਜੀ ਪਹਾੜਾਂ ਦੀਆਂ ਖੰਡਾਂ 'ਚ ਦਿਨ ਬਤੀਤ ਕੀਤੇ। ਸਤਯੁਗ ਤੋਂ ਲੈ ਕੇ ਸਤ ਸੰਗਤ ਜੀ ਦੇਖ ਲੋ ਕਲਯੁਗ ਦੇ ਆਰੰਭ ਤੱਕ ਚੌਹਾਂ ਯੁੱਗਾਂ ਦੀ ਉਮਰ 43,20,000 ਸਾਲ ਹੈ। 17 ਲੱਖ ਤੋਂ ਸਤ ਸੰਗਤ ਜੀ ਉੱਤੇ ਸਤਯੁਗ ਦੀ ਹੈ। ਇਸੇ ਤਰ੍ਹਾਂ ਸਤ ਸੰਗਤ 12 ਲੱਖ ਤੋਂ ਉੱਤੇ ਤ੍ਰੇਤੇ ਦੀ ਸੀ। 8 ਲੱਖ ਤੋਂ ਉੱਤੇ ਸਤ ਸੰਗਤ ਦੁਆਪਰ ਦੀ ਸੀ। 4 ਲੱਖ ਕੁਛ ਹਜ਼ਾਰ ਸਤ ਸੰਗਤ ਕਲਯੁਗ ਦੀ ਹੈ। ਘਟ ਰਹੀ ਹੈ। ਸੋ ਇਹ ਦੇਖ ਲਓ
8 ਤੇ 12 20 ਲੱਖ ਸਾਲ ਤਾਂ ਸਤ ਸੰਗਤ ਜੀ ਇਹੀ ਹੋ ਗਏ, 2 ਯੁੱਗਾਂ 20 ਤੋਂ ਉੱਤੇ। ਫਿਰ ਕੁਝ ਕਲਯੁਗ ਦਾ ਸਮਾਂ ਵੀ ਲੰਘਿਆ, ਉਧਰ ਸਤ ਸੰਗਤ ਸਤਯੁਗ ਦਾ ਸਮਾਂ ਵੀ 10 ਲੱਖ ਲੰਘਿਆ। ਸਤਯੁਗ ਦੇ ਆਰੰਭ ਦੇ ਸਤ ਸੰਗਤ ਜੀ ਇਹ ਬਚਨ ਹਨ। ਆਪ ਜੀ ਨੇ ਇਤਨਾ ਚਿਰ ਸਤ ਸੰਗਤ ਜੀ ਤਪੱਸਿਆ ਬੜੀ ਭਾਰੀ ਕੀਤੀ ਹੈ, 3 ਯੁੱਗ। ਸੋ ਹੋਰ ਸ਼ਾਸਤਰਾਂ ਵਿੱਚ ਵੀ ਆਉਂਦਾ ਹੈ, ਜਿਸ ਵੇਲੇ ਸਤ ਸੰਗਤ ਜੀ ਹੁਕਮ ਕਰ ਦਿੱਤਾ ਸੁਪੁੱਤਰ ਤਪ ਕਰ, ਆਪ ਜੀ ਨੇ 36,000 ਸਾਲ ਭਾਰਤ ਵਰਸ਼ ਦਾ ਰਾਜ ਕੀਤਾ। ਲੱਖਾਂ ਲੱਖਾਂ ਸਾਲਾਂ ਦੀ ਉਮਰ ਸੀ। ਦੂਸਰੇ ਪਾਸੇ ਧਰਮ ਦਾ ਯੁੱਧ ਕਰਕੇ ਸਤ ਸੰਗਤ ਜੀ ਵਰਤੋਂ ਲੈ ਹੀ ਲਿਆ ਸੀ ਕਿ ਸਵਾ ਇੱਛਾ ਅਨੁਸਾਰ ਸਰੀਰ ਰੱਖ ਸਕਦੇ ਹੋ। ਕਾਲ ਨੇੜੇ ਆਉਣਾ ਹੀ ਨਹੀਂ ਸੀ। ਉਸ ਵੇਲੇ ਸਤ ਸੰਗਤ ਜੀ ਆਪ ਜੀ ਨੇ 36,000 ਸਾਲ ਰਾਜ ਕਰਕੇ ਧਰਮ ਦਾ ਫੇਰ ਤਪੱਸਿਆ ਆਰੰਭ ਕਰਨੀ ਕੀਤੀ ਹੈ। ਕਿੱਥੇ ਕੀਤੀ? ਪਹਿਲਾਂ ਸਤ ਸੰਗਤ ਜੀ ਦੱਖਣ ਦੀ ਧਰਤੀ, ਪਾਵਨ ਭੂਮੀ, ਜਿੱਥੇ ਗੋਦਾਵਰੀ ਦੁੱਧੀ ਚੱਲਦੀ ਰਹੀ, ਜਿੱਥੇ ਆਪ ਜੀ ਦਾ ਸੱਚਖੰਡ ਸਥਾਨ ਹਜੂਰ ਸਾਹਿਬ ਹੈ, ਉਹ ਆਪ ਜੀ ਦਾ ਤਪ ਸਥਾਨ ਸਮਝਣਾ। ਕਿਉਂ? ਗੁਰਬਾਣੀ ਦੇ ਵਿੱਚ ਆਉਂਦਾ ਹੈ, ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਨੈਕ ਪਛਾਨੈ, ਪੂਰਨ ਪ੍ਰੇਮ ਪ੍ਰਤੀਤ ਸਜਾਵਤ ਮੋਹ, ਗੋਰ ਮੜੀ ਮਟ ਭੂਲ ਨਾ ਮੰਨੈ। ਮੜੀਆਂ ਨੂੰ, ਮਠਾਂ ਨੂੰ, ਕਬਰਾਂ ਨੂੰ ਭੁੱਲ ਕੇ ਵੀ ਖਾਲਸਾ ਮੰਨੇ ਨਾ। ਉੱਥੇ ਤਾਂ ਸੰਸਕਾਰ ਕੀਤਾ, ਫਿਰ ਆਪਾਂ ਮੰਨਦੇ ਕਿਉਂ ਹੈ? ਜਿੱਥੇ ਹਜੂਰ ਸਾਹਿਬ ਦਾ ਤਖਤ ਹੈ, ਉੱਥੇ ਅੰਤ ਦੇ ਸਮੇਂ ਮਹਾਰਾਜ ਨੇ ਭਾਣਾ ਵਰਤਾਇਆ ਹੈ। ਕਨਾਤ ਚਿਣ ਕੇ ਸੱਚੇ ਪਾਤਸ਼ਾਹ ਨੇ ਚਿਖਾ ਚਨਾਈ ਹੈ। ਭਾਵੇਂ ਆਪ ਜੀ ਸਵੈ ਇੱਛਾ ਅਨੁਸਾਰ ਦੇਹ ਨੂੰ ਲੋਪ ਕਰਕੇ ਸੱਚਖੰਡ ਬ੍ਰਹਮ ਚ ਲੀਨ ਹੋਏ। ਸਤਿਗੁਰ ਮੇਰਾ ਨਿਤ ਨਵਾਂ ਨਾ ਆਵੇ ਨਾ ਜਾਏ, ਓ ਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਸਦ ਹਜੂਰ ਹਾਜ਼ਰ ਹੈ, ਨਾਜ਼ਰ ਕਤੋਂ ਨਾ ਭਇਓ ਦੁਰਾਈ, ਪਰ ਸਰੀਰ ਕਰਕੇ ਤਾਂ ਲੋਪ ਹੋਏ ਨਾ। ਦੁਨੀਆ ਦੇ ਲੋਕ ਤਾਂ ਕਹਿਣਗੇ ਨਾ ਤੁਸੀਂ ਮੜੀ ਨੂੰ ਮੰਨਦੇ ਹੋ। ਸੋ ਸਤ ਸੰਗਤ ਜੀ ਖਾਲਸਾ ਮੜੀ ਨੂੰ ਨਹੀਂ ਮੰਨਦਾ। ਉਸ ਸਥਾਨ ਦੇ ਉੱਤੇ ਆਪ ਜੀ ਨੇ ਬੜਾ ਭਾਰੀ ਤਪ ਕੀਤਾ, ਹਜ਼ਾਰਾਂ ਸਾਲ ਤਪ ਕੀਤਾ ਉੱਥੇ ਬੈਠ ਕੇ। ਉੱਥੋਂ ਉੱਠ ਕੇ ਸਤ ਸੰਗਤ ਜੀ ਦਾ ਉੱਠਣ ਦਾ ਸਮਾਂ ਆਇਆ। ਉੱਥੋਂ 60 ਮੀਲ ਦੇ ਕਰੀਬ ਸਤ ਸੰਗਤ ਜੀ ਇੱਕ ਬਘੌਰ ਕਸਬਾ ਹੈ, ਖੰਡਰਾਤ ਪਏ ਨੇ। ਰਾਜੇ ਬਰਾਟ ਦੀ ਰਾਜਧਾਨੀ ਸੀ, ਜਿੱਥੇ ਪੰਜੇ ਪਾਂਡਵ 12ਵਾਂ ਸਾਲ ਗੁਪਤ ਹੋ ਕੇ ਰਹੇ ਸੀ। ਕੈਰਮਾਂ ਨਾਲ ਵਾਅਦਾ ਸੀ, ਜੇ 12ਵੇਂ ਸਾਲ ਕਿਤੇ ਫਿਰਦੇ ਦੇਖਦੇ ਨਾ 12 ਸਾਲ ਫੇਰ ਬਨਵਾਸ ਦੇਵਾਂਗੇ। 11 ਸਾਲ ਤਾਂ ਵਿਚਰਦੇ ਰਹੇ ਬੇਪਰਵਾਹ, 12ਵਾਂ ਸਾਲ ਇਹਨਾਂ ਨੂੰ ਲੋਕੇ ਕੱਟਣਾ ਪਿਆ। ਉਹ ਸਤ ਸੰਗਤ ਜੀ ਬਹੌਰ ਸਾਹਿਬ 10ਵੇਂ ਪਾਤਸ਼ਾਹ ਦੇ ਵੀ ਸਥਾਨ ਹੈ। 10,000 ਗਊ ਬੁੱਚੜ ਇਕੱਠੀ ਕਰੀ ਬੈਠੇ ਸੀ ਕੱਟਣ ਵਾਸਤੇ। ਜਦੋਂ ਆਪ ਜੀ ਨੂੰ ਪਤਾ ਲੱਗਿਆ, ਸਤ ਸੰਗਤ ਜੀ ਉੱਥੋਂ ਉੱਠ ਕੇ ਦੇਖਣ ਵਾਲੇ ਤਪੱਸੀ ਵੀ ਨੇ, ਪਰ ਸਤ ਸੰਗਤ ਜੀ ਤਪ ਦੇ ਤੇਜ ਦੇ ਸਦਕਾ ਜੰਗ ਕਰਨਾ ਵੀ ਧਰਮ ਦਾ ਆਉਂਦਾ ਹੈ। ਪਾਪ ਦਾ ਜੰਗ ਕਰਨਾ ਨਹੀਂ ਲੋੜਦੇ। 10,000 ਗਊ ਛਡਾਈ ਸਤ ਸੰਗਤ ਜੀ। ਇਹ ਪਰਪਕਾਰ ਕਰਕੇ ਸਹਿਜੇ ਸਹਿਜੇ ਸਤ ਸੰਗਤ ਜੀ ਭਾਰਤ ਵਰਸ਼ ਦੇ ਵਿੱਚ ਵਿਚਰਦੇ ਹੋਏ ਫੇਰ ਹੇਮਕੁੰਡ ਦੀਆਂ ਘਾਟੀਆਂ ਨੂੰ ਆਏ ਨੇ। ਇੱਧਰ ਜਿਵੇਂ ਅਖੀਰ ਤੱਕ ਤਪੱਸਿਆ ਕੀਤੀ ਹੈ। ਜਿਸ ਪ੍ਰਕਾਰ ਰਸਤੇ ਵਿੱਚ ਭਾਰਤ ਵਰਸ਼ ਦੇ ਥਾਂ ਥਾਂ ਦੇ ਉੱਤੇ ਜੈਸੀਆਂ ਜੈਸੀਆਂ ਧਰਤੀਆਂ, ਕਿਤੇ ਮਾਰੂਥਲ ਹਨ ਰਾਜਸਥਾਨ ਦੇ, ਉਹਨਾਂ ਜਿਹੀਆਂ ਥਾਵਾਂ ਤੇ ਵੀ ਤਪੱਸਿਆ ਕੀਤੀ। ਆਪ ਸਵੈ ਇੱਛਾ ਅਨੁਸਾਰ ਵਿਚਰਦੇ ਰਹੇ। ਉਹ ਜੋ ਤਪ ਕੀਤਾ ਆਪ ਜੀ ਦੱਸ ਰਹੇ ਨੇ ਇੱਥੇ, ਦੇਸ਼ ਅਗੰਮ ਮਹਿ ਨੀਰ ਨ ਤੀਰੇ। ਉਹ ਦੇਸ਼ ਜਿੱਥੇ ਸਤ ਸੰਗਤ ਜੀ ਕੋਈ ਪਹੁੰਚ ਨਹੀਂ ਸਕਦਾ, ਜਿੱਥੇ ਪਾਣੀ ਨਹੀਂ ਹੈ। ਬੈਠੇ ਤਪ ਤਾਪੇ ਦੁੱਖ ਕਾਲ, ਬੜੀ ਦੁੱਖ ਭਰੀ ਘਾਲਣਾ ਘਾਲਦੇ ਹਨ। ਤਪ ਤਪਾਉਂਦੇ ਨੇ ਬੈਠ ਬੈਠ ਕੇ। ਜੇ ਬਿਸਤਰਤ ਪੁਲਨ ਕੇ ਥਲ, ਜਿੱਥੇ ਬਸਤਾਰ ਫੂਕ ਵੱਡੇ ਵੱਡੇ ਟਿੱਬੇ ਦਰੜ ਹਨ ਰੇਤੇ ਦੇ। ਨਿਰਜਲ ਵਿਖੇ ਬਸੇ ਚਿਰਕਾਲ, ਚਿਰਕਾਲ ਸਤ ਸੰਗਤ ਜੀ ਜਲ ਤੋਂ ਬਿਨਾਂ ਹੀ ਇਹ ਜਿਹਾ ਟਿੱਬਿਆਂ ਦੇ ਉੱਤੇ ਬੈਠ ਕੇ ਤਪ ਕੀਤਾ। ਮਨ ਇਕਾਂਤ ਕਰ ਪ੍ਰੋਣ ਰੋਧ ਕਰ, ਇਕਾਂਤ ਦੇਸ਼ ਵਿੱਚ ਸਤ ਸੰਗਤ ਜੀ ਮਨ ਨੂੰ ਇਕਾਗਰ ਕਰਕੇ ਪਾਉਣ ਵੀ ਰੋਕੀ। ਜੋਗਾ ਚਿਤ ਬਿਰਤੀ ਨਿਰੋਧਾ, ਚਿਤ ਦੀਆਂ ਬਿਰਤੀਆਂ ਨੂੰ ਰੋਕ ਕੇ ਸਤ ਸੰਗਤ ਜੀ 10ਵੇਂ ਦੁਆਰ ਪ੍ਰਾਣ ਚੜਾ ਕੇ ਹਜ਼ਾਰਾਂ ਸਾਲ ਧਾਏ ਬੈਠੇ ਰਹੇ। ਲਗੀ ਸਮਾਦ ਰਹੇ ਹਿਤ ਨਾਲ, ਹਿਤ ਦੇ ਨਾਲ ਸਤ ਸੰਗਤ ਜੀ ਸਮਾਧ ਲਾ ਕੇ ਰੱਖਦੇ।
ਸਮਾਧੀਆਂ ਕਈ ਤਰ੍ਹਾਂ ਦੀਆਂ ਨੇ। ਆ ਚਾਰ ਇੱਟਾਂ ਰੱਖ ਕੇ ਵੀ ਆਪਾਂ ਕਹਿੰਦੇ ਨੇ ਉਹ ਸਮਾਧ ਆ ਫਲਾਣੇ ਦੀ। ਇੱਟਾਂ ਦਾ ਨਾਂ ਸਮਾਧ ਨਹੀਂ ਹੋਇਆ ਕਰਦਾ। ਧਿਆਤਾ ਧਿਆਨ ਤੇ, ਗਿਆਤਾ ਗਿਆਨ ਗੇ, ਕਰਤਾ ਕਰਮ ਕਿਰਿਆ, ਐਸੀਆਂ ਸਤ ਸੰਗੀਤ ਤ੍ਰਿਕੁਟੀਆਂ ਦਾ ਭਾਵ ਹੋ ਜਾਵੇ ਜਿੱਥੇ। ਨਹੀਂ ਤਾਂ ਸੰਕਲਪ ਬਣਿਆ ਰਹਿੰਦਾ ਕਿ ਮੈਂ ਸਮਾਧੀ ਲਾਈ ਬੈਠਾ ਹਾਂ, ਧਿਆਨ ਮੇਰਾ ਫੋਟੋ 'ਚ ਹੈ ਜਾਂ ਮੇਰਾ ਸ਼ਬਦ ਵਿੱਚ ਹੈ ਜਾਂ ਮੇਰਾ ਪਰਮੇਸ਼ਰ 'ਚ ਹੈ। ਜਿਹੜਾ ਧਿਆਨ ਜਿਹਦੇ 'ਚ ਲਾਉਣਾ ਉਹਦਾ ਵੀ ਫੁਰਨਾ ਵੀ ਵਾਹਿਗੁਰੂ 'ਚ ਲਾਇਆ ਹੋਇਆ ਹੈ, ਤੇ ਧਿਆਨ ਵਿੱਚ ਵੀ ਹੈਗਾ ਮੇਰਾ ਧਿਆਨ, ਤੇ ਧਿਆਤਾ ਵੀ ਮੈਂ ਹੈਗਾ। ਤਿੰਨ ਹੰਗਤਾਂ ਹੁੰਦੀਆਂ ਉੱਥੇ। ਨਿਰਵਿਕਲਪ ਸਮਾਧੀ 'ਚ ਨਾ ਪਤਾ ਲੱਗਦਾ ਧਿਆਨ ਲਾਉਣ ਵਾਲਾ ਕੌਣ ਹੈ, ਨਾ ਧਿਆਨ ਦਾ ਪਤਾ ਲੱਗਦਾ, ਨਾ ਸਤ ਸੰਗਤ ਜੀ ਧੇ ਦਾ ਪਤਾ ਲੱਗਦਾ ਜਿਹਦੇ 'ਚ ਧਿਆਨ ਲਾਇਆ। ਇੱਥੇ ਤੱਕ ਅਵਸਥਾ ਪਹੁੰਚ ਜਾਂਦੀ ਹੈ। ਸੋ ਐ ਸਤ ਸੰਗਤ ਜੀ ਸਭ ਕੁਝ ਧਿਆਤਾ ਧਿਆਨ ਤੇ ਦੀ ਤਿਰਗੁਟੀ ਨੂੰ ਬਿੰਨ ਕਰਕੇ ਧਿਆਨ ਲਾਈ ਬੈਠੇ ਹਨ। ਕਬ ਜਲ ਪੀਵੇਂ ਕਵੇ ਨ ਪੀਵੇਂ। ਕਿਤੇ ਸਤ ਸੰਗਤ ਜੀ ਸਮਾਧੀ ਖੁੱਲਦੀ ਆ ਤਾਂ ਜਲ ਪੀ ਲੈਂਦੇ ਆ, ਨਹੀਂ ਤਾਂ ਪੀਂਦੇ ਹੀ ਨਹੀਂ ਹਨ। ਜੀਵੇ ਨਿਰਾਹਾਰ ਥਿਤ ਹੋਏ। ਨਿਰਾਹਾਰ ਕੋਈ ਭੋਜਨ ਦਾ ਟਾਈਮ ਨਹੀਂ, ਕਿਤੇ ਕਿਤੇ ਖਾ ਲੈਣਾ, ਨਹੀਂ ਤਾਂ ਨਿਰਾਹਾਰੀ ਬੈਠੇ ਨੇ। ਆਤਪ ਬਰਖਾ ਸੀਤ ਸਹਾਰੇ। ਸਰੀਰ ਦੇ ਉੱਤੇ ਠੰਡ ਬਹੁ ਮਾਗਦੇ। ਸਤ ਸੰਗਤ ਜੀ ਬਰਫਾਨੀ ਇਲਾਕੇ 'ਚ ਬਰਫ਼ ਵੀ ਸਹਾਰ ਦੇ, ਬਰਖਾ ਵੀ ਸਹਾਰ ਦੇ, ਧੁੱਪ ਵੀ ਸਹਾਰ ਦੇ। ਰਹੇ ਅਡੋਲ ਅਬੋਲ ਖਲੋਏ। ਬੋਲਣ ਤੋਂ ਰਹਿਤ ਖੜੇ ਰਹਿੰਦੇ ਨੇ ਕਿੰਨਾ ਚਿਰ। ਸਤ ਸੰਗਤ ਜੀ ਡੋਲਦੇ ਨਹੀਂ। ਕਹਿਤ ਵਿਧਾਤਾ ਸੁਨੋ ਸੁਰੋ ਸਭ। ਇਹ ਬ੍ਰਹਮਾ ਦੱਸ ਰਿਹਾ ਹੈ ਸਾਰੇ ਦੇਵਤਿਆਂ ਨੂੰ। ਬ੍ਰਹਮਾ ਕਹਿੰਦਾ ਉਹ ਦੇਵਤਿਓ ਸੁਣੋ, ਸਮਾ ਸਮਾਵਤ ਕੋ ਅਬ ਸੋਏ। ਜਿਹੜਾ ਤੁਸੀਂ ਘਬਰਾ ਕੇ ਮੇਰੇ ਕੋਲੇ ਆਏ ਹੋ ਨਾ ਵੀ ਇਹ ਕੌਣ ਤਪ ਕਰ ਰਿਹਾ ਹੈ, ਇਹੋ ਜਿਹਾ ਤਪ ਦਾ ਤੇਜ ਸਾਡੇ ਸਵਰਗ ਦੇ ਉੱਤੇ ਵੀ ਸੇਕ ਪਹੁੰਚਿਆ ਹੈ। ਉਹ ਤਪੱਸੀ ਇਹ ਹੈ ਸਮੁੰਦਰ ਰਿਖੀ ਦਾ ਪ੍ਰਗਟ ਕੀਤਾ ਹੋਇਆ, ਜਿਸ ਨੇ ਦੇਵੀ ਦੀ ਵੀ ਸਹਾਇਤਾ ਕੀਤੀ। ਅੱਜ ਬੜਾ ਭਾਰੀ ਤਪ ਕਰ ਰਿਹਾ ਹੈ। ਨਿਜ ਸਿੱਖਿਨ ਜੁਤ ਨਰ ਤਨ ਧਰ ਕੇ। ਹੁਣ ਸਮਾਂ ਆ ਗਿਆ ਦੇਵਤਿਓ ਘਬਰਾਓ ਨਾ। ਬ੍ਰਹਮਾ ਕਹਿੰਦਾ ਕਲਯੁਗ ਆਰੰਭ ਹੋ ਰਿਹਾ ਹੈ। ਆਪਣੇ ਸਿੱਖ ਸੇਵਕ ਜਿਹੜੇ ਇਹਦੇ ਰਿਖੀ ਮੁਨੀ ਹਨ, ਉਹਨਾਂ ਦੇ ਸਮੇਤ ਹੀ ਇਹ ਮਾਨਸ ਦੇ ਹੀ ਧਾਰੇਗਾ। ਪੰਤ ਪ੍ਰਕਾਸ਼ੇ ਤੇਜ ਖੋਏ। ਔਰ ਬੜਾ ਭਾਰੀ ਦਾ ਤੇਜ ਪ੍ਰਤਾਪ ਨੂੰ ਕੋਈ ਖੋ ਨਹੀਂ ਸਕੇਗਾ। ਪੰਥ ਪ੍ਰਗਟ ਕਰੇਗਾ ਆਪਣਾ। ਸੁਣ ਕਰ ਸੁਰ ਔਰ ਅਚਰਜ ਧਰ ਕਰ। ਸੁਣ ਕਰਕੇ ਦੇਵਤੇ ਹੈਰਾਨ ਹੋ ਗਏ ਬ੍ਰਹਮਾ ਤੋਂ ਬਚਨ ਸੁਣ ਕੇ। ਲਖੀ ਭਵਿਖਤ ਸਭ ਹੀ ਬਾਤ। ਭਵਿਖਤ ਦੀ ਸਾਰੀ ਬਾਤ ਸਮਝ ਲਈ ਬ੍ਰਹਮਾ ਕੋਲੋਂ। ਉਸ ਵੇਲੇ ਖੁਸ਼ ਹੋਏ ਦੇਵਤੇ ਕਿ ਕਲਯੁਗ ਆ ਰਿਹਾ ਹੈ। ਕਿਸੇ ਨੇ ਸਾਡੀ ਪੂਜਾ ਨਹੀਂ ਕਰਨੀ, ਕਿਸੇ ਨੇ ਸਾਡਾ ਹਵਨ ਨਹੀਂ ਕਰਨਾ, ਬੜੀ ਦੁਨੀਆ ਪਾਪ ਵਿੱਚ ਗ੍ਰਸੀ ਜਾਵੇਗੀ। ਇਹੋ ਜਿਹੇ ਸਮੇਂ 'ਚ ਇਹੋ ਜਿਹੇ ਤਪੱਸੀ ਅਵਤਾਰ ਧਾਰਨਗੇ, ਸਾਡਾ ਵੀ ਭਲਾ ਹੋਵੇਗਾ। ਜਿਤ ਕਿਤ ਦੇਸ਼ ਦੇ ਨਰ ਧਰ ਕੇ। ਜਿੱਥੇ ਕਿੱਥੇ ਸਾਰੇ ਦੇਸ਼ ਦੇ ਵਿੱਚ ਮਾਨਸ ਦੇ ਹੀ ਦੇਵਤਿਆਂ ਨੇ ਵੀ ਫਿਰ ਧਾਰੀ। ਕੌਤਕ ਪਿਖਨ ਚੈਤ ਸਭ ਭਾਂਤ। ਸਾਰੇ ਦੇਵਤੇ ਚਾਹੁੰਦੇ ਨੇ ਅਸੀਂ ਵੀ ਕੌਤਕ ਦੇਖਾਂਗੇ ਦੁਸ਼ਟ ਦਮਨ ਜਦੋਂ ਦੁਬਾਰਾ ਅਵਤਾਰ ਧਾਰੇਗਾ। ਆਪਾਂ ਵੀ ਸਵਰਗ ਚੋਂ ਚੱਲੀਏ, ਭਾਰਤ ਭੂਮੀ 'ਚ ਜਨਮ ਲਈਏ। ਹਿੰਦ ਜਮਨ ਕੀ ਦੁਰਮਤ ਲਖ ਕਰ। ਇਹ ਖੋਟੀ ਮਤ ਜਾਣ ਕੇ ਤੁਰਕਾਂ ਦੀ। ਕਰਤਾ ਪੁਰਖ ਭਗਤ ਸੁਖ ਦਾਤ। ਕਰਤਾ ਪੁਰਖ ਆਪ ਹੀ ਜੋ ਭਗਤਾਂ ਨੂੰ ਸੁਖ ਦੇਣੇ ਵਾਲਾ ਹੈ। ਨਿਜ ਗਨ ਸੋ ਆਇਸ ਅਸ ਦੀਨਸ। ਉਸ ਵੇਲੇ ਸਤ ਸੰਗਤ ਜੀ ਜਦੋਂ ਆ ਗਿਆ ਨਾ ਕਲਯੁਗ ਦਾ ਆਰੰਭ, ਕਰਤਾ ਪੁਰਖ ਵਾਹਿਗੁਰੂ ਨੇ ਆਪਣੇ ਗਣਾਂ ਨੂੰ ਸੇਵਕਾਂ ਨੂੰ ਆਗਿਆ ਦੇ ਦਿੱਤੀ। ਗਮ ਨੂੰ ਲੈ ਭਗਵਾਨ ਅਵਦਾਤ। ਗਣਾਂ ਨੂੰ ਕਹਿਣ ਲੱਗਾ ਪਰਮੇਸ਼ਰ ਕਿ ਇਸ ਵੇਲੇ ਸਮਾਂ ਪੂਰਾ ਹੋ ਚੁੱਕਿਆ ਹੈ, ਮੇਰਾ ਹੀ ਸਰੂਪ ਹਨ ਅੰਸ਼ ਤੋਂ। ਰਿਖੀ ਨੇ ਪ੍ਰਗਟ ਕੀਤੇ ਸਤਜੁਗ ਦੇ ਸਮੇਂ ਵਿੱਚ ਬੜਾ ਭਾਰੀ ਉਗਰ ਤਪ ਕਰ ਰਹੇ ਨੇ। ਭਗਵਾਨ ਲੈ ਕੇ ਜਾਓ, ਉਹਨਾਂ ਨੂੰ ਸੱਚਖੰਡ ਨੂੰ ਲਿਆਓ। ਰੂਪ ਤਪੋ ਮੈਂ ਤਪ ਕੋ ਤਾਪਤ। ਤਪ ਦਾ ਰੂਪ ਹਨ, ਹਰੇ ਵੀ ਤਪ ਕਰ ਰਹੇ ਨੇ ਕਈ ਯੁੱਗਾਂ ਤੋਂ। ਅਤਿਸ਼ੈ ਤਪਸੀ ਤਪ ਮੈਂ ਪਿਆਰ। ਤਪ ਨਾਲ ਬਹੁਤ ਹੀ ਪਿਆਰ ਹੈ, ਬਹੁਤ ਤਪੱਸਿਆ ਕਰ ਰਹੇ ਨੇ। ਹੋਏ ਸਮੀਪ ਜਾਏ ਅਭਿਆਨੋ। ਉਹਨਾਂ ਨੂੰ ਦੀਵਾਨ 'ਚ ਚੜਾ ਕੇ ਮੇਰੇ ਪਾਸ ਲੈ ਕੇ ਆਓ ਦੁਸ਼ਦਮਨ ਜੀ ਨੂੰ। ਇਹ ਸੱਚਖੰਡੋਂ ਵਾਹਿਗੁਰੂ ਦਾ ਹੁਕਮ ਹੋਇਆ। ਹੋਰ ਤਪਿਓ ਤਪ ਦਰਸ ਉਦਾਰ। ਉਹਨਾਂ ਦੇ ਦਰਸ਼ਨ ਬੜੇ ਸ੍ਰੇਸ਼ਟ ਨੇ, ਬੜਾ ਕਠਨ ਤਪ ਤਪਿਆ ਉਹਨਾਂ ਨੇ। ਸੰਮਤ ਬਿਤੇ ਅਸੰਖ ਜਿਸੀ ਕੋ। ਅਸੰਖਾਂ ਹੀ ਉਹਨਾਂ ਨੂੰ ਸਾਲ ਬਤੀਤ ਹੋ ਗਏ ਤਪ ਕਰਦਿਆਂ ਨੂੰ। ਮਮ ਸਰੂਪ ਸੋ ਇਕਤਾ ਤਾਰ। ਐਸ ਵੇਲੇ ਮੇਰੇ ਸਰੂਪ ਨਾਲ ਏਕਤਾ ਪਾ ਲਈ ਆ ਉਹਨਾਂ ਨੇ। ਇਹ ਵਿਦ ਕਰਤ ਤਪੱਸਿਆ ਭਇਓ, ਦੁਆਇ ਤੇ ਏਕ ਰੂਪ ਹੋਏ ਗਇਓ।
ਇਹ ਕਲਗੀਧਰ ਪਾਤਸ਼ਾਹ ਦੀ ਬਾਣੀ ਹੈ। ਫਿਰ ਕੀ ਸ਼ੰਕਾ ਰਹਿ ਗਈ ਖਾਲਸਾ ਜੀ। ਇੱਥੇ ਤੱਕ ਸੱਚਖੰਡ ਵਾਹਿਗੁਰੂ ਨੇ ਵੀ ਰਚਨਾ ਤੋਂ ਕਹਿ ਦਿੱਤਾ, ਇਹ ਜਿੰਨੇ ਉੱਥੇ ਗਣ ਸੀ ਸਤ ਸੰਗਤ ਜੀ ਸੇਵਾ ਕਰਨ ਵਾਲੇ ਸੱਚਖੰਡ ਵਿੱਚ ਬਕੁੰਠ ਧਾਮ ਵਿੱਚ, ਉਹਨਾਂ ਨੂੰ ਬਵਾਨ ਦੇ ਕੇ ਵਾਹਿਗੁਰੂ ਆਪ ਭੇਜ ਰਿਹਾ ਹੈ। ਦੁਸ਼ਟ ਦਮਨ ਜੀ ਨੂੰ ਸੱਚਖੰਡ ਬੁਲਾਇਆ ਹੈ। ਮੋਹਿ ਰੂਪ ਮੈਂ ਉਚਿਤ ਮਿਲਣ ਕੈ। ਇਸ ਵੇਲੇ ਉਹ ਸਾਡੇ ਸਰੂਪ ਦੇ ਵਿੱਚ ਜੋਗ ਨੇ ਮਿਲਣ ਦੇ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਸੁਧ ਹੋ ਗਏ। ਅਸਥ ਮਾਤਰ ਜਿਸ ਗਾਤ ਨਿਹਾਰ। ਇਸ ਵੇਲੇ ਜੇ ਤੁਹਾਨੂੰ ਨਿਸ਼ਾਨੀ ਪੁੱਛਦੇ ਹੋ ਦੱਸੀਏ ਵੀ ਕਿਹਨੂੰ ਲੈਣ ਜਾਣਾ, ਤਪੱਸੀ ਉੱਥੇ ਬੇਅੰਤ ਹੋਣਗੇ। ਕੇਵਲ ਹੱਡੀਆਂ ਹੀ ਨੇ, ਪਿੰਜਰਾ ਹੀ ਬਣਿਆ ਪਿਆ ਸਰੀਰ ਦਾ। ਹੇਮਕੂਟ ਕੇ ਸਬਤ ਸ੍ਰਿੰਗ ਸਭ। ਹੇਮਕੁੰਡ ਪਰਬਤ ਹੈ ਹਿਮਾਲਿਆ ਦੀਆਂ ਘਾਟੀਆਂ ਦੇ ਉੱਤੇ, ਉੱਥੇ ਚੋਟੀਆਂ ਹਨ 7। ਸਭਨ ਬੀਚ ਬਰ ਸ੍ਰਿੰਗ ਸਹਾਏ। 7 ਚੋਟੀਆਂ ਦੇ ਜਿਹੜੇ ਵਿਚਾਰਲੀ ਚੋਟੀ ਹੈ, 3 ਉਧਰਲੀਆਂ ਛੱਡ ਲਿਓ, 3 ਉਧਰਲੀਆਂ ਛੱਡ ਲਿਓ, ਵਿਚਾਰਲੀ ਹੈ ਜਿਹੜੀ ਸੋਭਨੀਕ, ਉਹਦੇ ਤੇ ਤਪ ਕਰ ਰਹੇ ਨੇ ਇਸ ਵੇਲੇ। ਤਿਸ ਪਰ ਖਰੇ ਕਰੇ ਤਪ ਧੀਰਗ। ਬੜਾ ਭਾਰੀ ਤਪ ਕਰ ਰਹੇ ਨੇ ਖੜ ਕੇ। ਅਚਲ ਸੁਸ਼ ਕਾਸ਼ਟ ਸਮਤਾਏ। ਐ ਚੱਲ ਖੜੇ ਨੇ ਜਿਵੇਂ ਸੁੱਕੀ ਲੱਕੜ ਖੜੀ ਹੁੰਦੀ ਆ ਜੰਗਲ ਦੇ ਵਿੱਚ। ਸੁਣ ਗਣ ਲੈ ਬਵਾਨ ਕਉ ਗਮਨੇ। ਸੁਣ ਕਰਕੇ ਹੁਕਮ ਸਤ ਸੰਗਤ ਜੀ ਬਕੁੰਠ ਧਾਮ ਤੋਂ ਵਾਹਿਗੁਰੂ ਦਾ, ਜਿਹੜੇ ਗਣ ਸੀ ਸੇਵਕ ਸੱਚਖੰਡ ਚ ਰਹਿਣ ਵਾਲੇ ਮੁਕਤ ਪੁਰਸ਼, ਬਵਾਨ ਲੈ ਕੇ ਚੱਲੇ। ਜਿਸ ਕੀ ਸੋਭਾ ਕਹੀ ਨਾ ਜਾਏ। ਜਿਸ ਬਵਾਨ ਦੀ ਖਾਲਸਾ ਜੀ ਸੋਭਾ ਕਹੀ ਨਹੀਂ ਜਾਂਦੀ। ਬਵਾਨਾਂ ਨੂੰ ਤਾਂ ਆਪਾਂ ਵੀ ਲੋਚਦੇ ਆਂ ਵੀ ਸਵਰਗ ਚੋਂ ਆਪਾਂ ਨੂੰ ਬਵਾਨ ਲੈਣ ਆਉਣ, ਬੜੀਆਂ ਸਾਖੀਆਂ ਆਉਂਦੀਆਂ, ਪਰ ਖਾਲਸਾ ਜੀ ਜਿਹਾ ਜਿਹਾ ਸਤਿਗੁਰੂ ਵਾਸਤੇ ਦੁਸ਼ਟ ਦਮਨ ਵਾਸਤੇ ਬਵਾਨ ਆਇਆ ਹੈ, ਉਹ ਅਚਰਜ ਹੀ ਹੈ। ਬਵਾਨ ਸਵਰਗ ਨੂੰ ਜਾਂਦੇ ਦੇਖੇ, ਮਾਤ ਲੋਕ ਜੀ ਵਹਾਈ ਜਹਾਜ਼ ਬਣਾ ਲੈ, ਸੱਤ ਨਿਊਜਨ ਘਟੋਲੇ ਹੁੰਦੇ ਅੱਗੇ। ਇਹ ਜੇ ਬਵਾਨ ਬੜੀ ਦੁਨੀਆ ਬਣਾਉਂਦੀ, ਪਰ ਕਲਗੀਧਰ ਪਾਤਸ਼ਾਹ ਵਾਸਤੇ ਜਿਹੜਾ ਬਵਾਨ ਆ ਰਿਹਾ ਖਾਲਸਾ ਜੀ, ਸੱਚਖੰਡ ਨੂੰ ਪਹੁੰਚਣ ਵਾਲਾ ਬਵਾਨ ਕੋਈ ਕੋਈ ਹੈ। ਸੁੰਦਰ ਬਦਨਵਾਰ ਦਰਨ ਪਰ। ਸੋਹਣੀਆਂ ਸਤ ਸੰਗੀ ਬੰਦਨਵਾਰ ਕਹਿੰਦੇ ਨੇ, ਜਿਵੇਂ ਕਿਸੇ ਦੇ ਬੱਚਾ ਜਨਮੇ ਦਰਾਂ ਦੇ ਉੱਤੇ ਸਤ ਸੰਗੀ ਪੱਤੇ ਜੇ ਸੋਹਣੇ ਬਣਾ ਕੇ ਬੰਨ ਦਿੰਦੇ ਨੇ ਰੱਸੀਆਂ ਜੀਆਂ ਨਾਲ, ਐ ਝਾਲਰਾਂ ਜੀਆਂ ਸੋਹਣੇ ਦੋਨੋਂ ਦਰਾਂ ਦੇ ਉੱਤੇ ਸਤ ਸੰਗੀ ਬੰਦਨਵਾਰ ਬੰਨੇ ਹੋਏ ਨੇ ਬਵਾਨ ਦੇ। ਮੁਕਤਾ ਮਹਿਤ ਪ੍ਰਕਾਸ਼ ਕਰਾਏ। ਮੋਤੀ ਜੜੇ ਹੋਏ ਪ੍ਰਕਾਸ਼ ਰਹੇ ਨੇ। ਦਿਨ ਮਨ ਸਮ ਮਨ ਗਣ ਕੀ ਜੜਤੀ। ਜੜਤੀ ਇਹੀ ਜੀ ਆ ਮਣੀਆਂ ਦੀ, ਜਿਵੇਂ ਸੂਰਜ ਚਮਕਦੇ ਹੁੰਦੇ ਆ ਬਹੁਤੇ। ਮਹਿਤ ਪ੍ਰਕਾਸ਼ ਕਮਲ ਬਣਾਏ। ਇਉਂ ਹੀਰਿਆਂ ਨੂੰ ਚੀਰ ਚੀਰ ਕੇ ਕਮਲਾਂ ਵਾਂਗੂ ਪੰਖੜੀਆਂ ਬਣਾ ਕੇ ਜੜਿਆ ਹੋਇਆ ਹੈ। ਹੀਰੇ ਕੋਰਦਾਰ ਕਰ ਕੋਰਨ। ਕਈ ਸਤ ਸੰਗੀ ਤਿੰਨ ਤਿੰਨ ਕੋਨੇ ਚੀਰ ਕੇ ਹੀਰੇ। ਪੌਰਨ ਪਦਮ ਰਾਗ ਸਭ ਛਾਏ। ਹਰੀਆਂ ਮਣੀਆਂ ਫਬ ਰਹੀਆਂ ਨੇ ਸਤ ਸੰਗਤ ਜੀ ਦਰਵਾਜ਼ਿਆਂ ਦੇ ਉੱਤੇ ਲਾਈਆਂ ਹੋਈਆਂ। ਹੰਸ ਕੀ ਪ੍ਰਤਮਾ ਕਰ ਚਿਤਰਤ। ਹੰਸਾਂ ਦੀਆਂ ਸਤ ਸੰਗੀ ਮੂਰਤੀਆਂ ਬਣਾ ਬਣਾ ਅੰਦਰਲੇ ਪਾਸੇ ਬਵਾਨ ਦੇ ਜੜੀਆਂ ਹੋਈਆਂ ਹਨ। ਉਪਰ ਕਲਸ ਉਰਦ ਦਿਪਤਾਏ। ਉੱਤੇ ਗੁੰਬਦ ਹੈ ਬਵਾਨ ਦੇ, ਕਲਸ ਸੋਹਣਾ ਸੋਭਨੀਕ ਹੋ ਰਿਹਾ ਹੈ ਜਾਲ ਪ੍ਰਕਾਸ਼ ਦਾ। ਜਾਲ ਕਿੰਕਨੀ ਕਰਤ ਕਲਾਹਲ। ਬਹੁਤ ਸਾਰੇ ਸਤ ਜਿਹੜੇ ਗਣ ਨੇ ਨਾ ਚੱਕਣ ਵਾਲੇ ਬਵਾਨ ਨੂੰ, ਉਹਨਾਂ ਦੇ ਲੱਕਾਂ ਨਾਲ ਤਰਾਗੀਆਂ ਹਨ। ਜਿਵੇਂ ਮਾਈਆਂ ਤਰਾਗੀ ਬੱਚੇ ਦੇ ਪਾ ਕੇ ਘੁੰਗਰੀਆਂ ਜੀਆਂ ਵਿੱਚ ਪਾ ਦਿੰਦੀਆਂ ਹੁੰਦੀਆਂ, ਐ ਉਹਨਾਂ ਦੇ ਵੀ ਛਣਕਦੇ ਆ, ਬੜੇ ਸੋਹਣੇ ਛਣਕਾਟ ਹੁੰਦਾ ਹੈ। ਮਨ ਅਨੁਸਾਰ ਚਲਨ ਸਭ ਥਾਏ। ਬਵਾਨ ਵਿੱਚ ਉਹ ਸ਼ਕਤੀ ਆ, ਫੇਰ ਵੀ ਸੱਚਖੰਡ ਦਾ ਬਵਾਨ ਹੈ। ਜਿੰਨਾ ਮਨ ਤੇਜ ਜਾਂਦਾ ਖਾਲਸਾ ਜੀ ਸੰਕਲਪ ਨਾਲ ਹੀ, ਇੰਨੀ ਤੇਜ਼ੀ ਨਾਲ ਬਵਾਨ ਚੱਲਦਾ ਹੈ। ਮੁਕਤਾ ਜਾਲੀ ਜਵਲਤ ਝਰੋਖਣ। ਝਰੋਖਿਆਂ ਦੇ ਵਿੱਚ ਇਰਦ ਗਿਰਦ ਬਵਾਨ ਦੇ ਮੋਤੀਆਂ ਦੀਆਂ ਜਾਲੀਆਂ ਬਣਾ ਬਣਾ ਲਟਕਾਈਆਂ ਹੋਈਆਂ। ਰਮਿਆ ਮਨੋਹਰ ਦਿਵਤ ਬਮਾਨ। ਬਹੁਤ ਹੀ ਸੁੰਦਰ ਸਤ ਸੰਗ ਜੀ ਸ੍ਰੇਸ਼ਟ ਬਵਾਨ ਪ੍ਰਕਾਸ਼ ਰਿਹਾ। ਆਸਤਰਨ ਬਰ ਮਿਰਦਲ ਕਲਤ ਕਰ। ਬੜਾ ਸੋਹਣਾ ਸਤ ਸੰਗਤ ਜੀ ਕੋਮਲ ਉਜਲ ਬਿਸਤਰਾ ਵਿਛਾਇਆ ਹੋਇਆ ਵਿੱਚ ਬਵਾਨ ਦੇ। ਸੁੰਦਰ ਤਰੇ ਸੁਭਗ ਉਪਤਾਨ। ਸ੍ਰੇਸ਼ਟ ਸੋਹਣੇ ਸਰਾਣੇ ਰੱਖੇ ਹੋਏ ਨੇ ਵਿੱਚ। ਸ਼ਿਆਮਲ ਕਰਤ ਰੰਗ ਤੇ ਆਦਿਕ। ਇਸੇ ਤਰ੍ਹਾਂ ਸਤ ਸੰਗ ਜੀ ਲਾਲ ਰੰਗ ਦੇ ਤੇ ਕਾਲੇ ਰੰਗ ਦੇ, ਹਰੇ ਰੰਗ ਦੇ, ਪੀਲੇ ਰੰਗ ਦੇ। ਲਗੇ ਰਤਨ ਹੀਰੇ ਦੁੱਤ ਖਾਨ। ਸੋਭਾ ਦੀ ਖਾਣੀ ਹੀਰੇ ਜੜੇ ਹੋਏ ਹਨ ਬਵਾਨ ਦੇ 4 ਛਪੇਰੇ। ਜਾਏ ਦੇਸ਼ ਜਿਸ ਦੇਖੇ ਕੋ ਤਹਿ। ਜਦੋਂ ਸੱਚਖੰਡ ਤੋਂ ਸਤ ਸੰਗੀ ਮਾਤ ਲੋਕ ਦੇ ਆਕਾਸ਼ ਵਿੱਚ ਆਇਆ ਨਾ ਬਵਾਨ, ਲੋਕ ਤਾਹਾਂ ਨੂੰ ਮੂੰਹ ਚੱਕ ਚੱਕ ਕੇ ਦੇਖਦੇ ਨੇ ਵੀ ਇਹ ਕਿੱਥੇ ਜਾ ਰਿਹਾ ਹੈ।
ਕੀ ਸੋਹਣਾ ਪ੍ਰਕਾਸ਼ ਰਿਹਾ। ਕਹੇ ਪਰਸਪਰ ਹੈ ਇਹੋ ਭਾਨ, ਇੱਕ ਦੂਜੇ ਨੂੰ ਕਹਿੰਦੇ ਇਹ ਤਾਂ ਕੋਈ ਸੂਰਜ ਨਵਾਂ ਆ ਗਿਆ ਮਾਤ ਲੋਕ ਵਿੱਚ। ਸਪਤ ਸਰਿੰਗ ਕੇ ਮਧਿਆ ਸਰਿੰਗ ਪਰ, ਬਹੁਤ ਸਤ ਸੰਗਤ ਜੀ ਤੇਜੀ ਦੇ ਨਾਲ ਸ਼ਬਦ ਸੰਗ ਜਿੱਥੇ 7 ਚੋਟੀਆਂ ਸੋਭਦੀਆਂ ਪਹਾੜ ਦੀਆਂ, ਵਿਚਾਲੜੀ ਚੋਟੀ ਤੇ ਆ ਟਿਕਿਆ ਭਗਵਾਨ। ਸ੍ਰੀਓ ਆਏ ਗਨ ਸਹਿਤ ਬਮਾਨ, ਆਗੇ ਸਤ ਸੰਗਤ ਜੀ ਜਿਹੜੇ ਸੇਵਕ ਚੱਕਣ ਵਾਲੇ ਆਉਣ ਭਗਵਾਨ ਨੂੰ ਲਿਆਉਣ ਵਾਲੇ। ਸਾਦਰ ਬਿਨੇ ਸਨਾਵਨ ਕੀਨਸ, ਸਨੇਹਾ ਦਿੱਤਾ ਕਿ ਜਿੱਥੇ ਆਪ ਜੀ ਸਤ ਸੰਗਤ ਜੀ ਤਪ ਰੂਪ ਹੋ ਕਰਕੇ ਐਨ ਹੱਠ ਤਪ ਦੇ ਨਾਲ ਖੜੇ ਹਨ, ਹੱਥ ਜੋੜ ਕੇ ਵਾਹਿਗੁਰੂ ਵੱਲੋਂ ਸਨੇਹਾ ਦਿੱਤਾ। ਏ ਤਪ ਧਨ ਤਪ ਰੂਪ ਮਹਾਨ, ਇਹ ਤਪ ਦੇ ਰੂਪ ਆਪ ਦੇ ਪਾਸ ਤਪ ਹੀ ਧਨ ਹੈ। ਸਾਡੀ ਬੇਨਤੀ ਸੁਣੋ। ਤਬ ਅਦ ਕੋ ਤੁਮ ਤਪੇ ਬਥਾਰੋ, ਬੜਾ ਭਾਰੀ ਤਪ ਦਾ ਤੁਸੀਂ ਪ੍ਰਤਾਪ ਫਲਾਇਆ ਹੈ, ਹੁਣ ਵੀ ਅਦਕ ਤਪ ਕਰ ਰਹੇ ਹੋ। ਤਪ ਸਾਧਕ ਤੁਮਰੇ ਨਾ ਸਮਾਨ, ਤਪੱਸਿਆ ਜਿਵੇਂ ਤੁਹਾਡੀ ਤੁਸੀਂ ਕੀਤੀ ਆ, ਤੁਹਾਡੇ ਸਮਾਨ ਕਿਸੇ ਨੇ ਤਪੱਸਿਆ ਨਹੀਂ ਕੀਤੀ। ਤਦੇ ਮਹਾਰਾਜ ਨੇ ਕਿਹਾ ਤੈ ਹਮ ਅਦਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਆਰਾਧੀ। ਖਾਲਸਾ ਜੀ ਅਦਕ ਤੋਂ ਅਦਕ ਤਪੱਸਿਆ ਕੀਤੀ ਅਸੀਂ। ਪੂਰਨ ਕਰੋ ਕਾਮਨਾ ਤਨ ਕੀ, ਹੁਣ ਤੁਸੀਂ ਆਪਣੇ ਜੋ ਮਨ ਵਿੱਚ ਇੱਛਾ ਹੈ ਵਾਹਿਗੁਰੂ ਦੇ ਵਿੱਚ ਮਿਲਣ ਦੀ, ਉਹ ਆਪਣੀ ਪੂਰੀ ਕਰ ਲੋ। ਚਲੋ ਦਿਦਾਰੇ ਕਰੋ ਵਾਹਿਗੁਰੂ ਦੇ। ਪਰਸ਼ੋਤਮ ਪਰਮਾਰਥਵਾਨ, ਤੁਸੀਂ ਆਪ ਉੱਤਮ ਪੁਰਸ਼ ਹੋ, ਪਰਮਾਰਥਮਾਨ ਕੇ ਵਿਦਿਆ ਦੇ ਗਿਆਤੇ ਹੋ, ਸ਼ਰਧਾਲੂ ਹੋ ਵਾਹਿਗੁਰੂ ਦੇ। ਪਰਮੇਸ਼ਰ ਪਰਮਾਤਮ ਪੂਰਨ, ਜੋ ਪਰਮਾਤਮਾ ਪੂਰਨ ਪਰਿਪੂਰਨ ਹੈ ਵਾਹਿਗੁਰੂ। ਪਰਮ ਪੁਰਖ ਆਵਾਹਨ ਕੀਨ, ਪਰਮ ਪੁਰਖ ਮੈਂ ਹੋ, ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਪਰਮ ਪੁਰਖ ਤੇ ਵਾਹਿਗੁਰੂ ਦਾ ਨਾਮ ਹੈ। ਵਾਹਿਗੁਰੂ ਪਰਮੇਸ਼ਰ ਨੇ ਤੁਹਾਨੂੰ ਬੁਲਾਇਆ ਹੈ। ਕਰੋ ਅਰੂੜਨ ਬਰਬਮਾਨ ਪਰ, ਕਿਰਪਾ ਕਰੋ ਸੱਚਖੰਡ ਤੋਂ ਮੁਕਤਪੁਰ ਛਾਏ, ਹੱਥ ਜੋੜਦੇ ਐ ਇਸ ਵੇਲੇ ਭਗਵਾਨ ਵਿੱਚ ਬੈਠੋ। ਦਰਸ਼ਨ ਲਿਓ ਸਫਲ ਨਿਜ ਚੀਨ, ਆਪਣੇ ਆਪ ਨੂੰ ਸਫਲਾ ਜਾਣੋ, ਚੱਲ ਕੇ ਸੱਚਖੰਡ ਦਰਸ਼ਨ ਕਰੋ ਵਾਹਿਗੁਰੂ ਦੇ। ਅਖਲ ਲਾਲਸਾ ਪਰਵੋ ਆਪਣੀ, ਜਿੰਨੀ ਮਨ ਦੀ ਇੱਛਾ ਹੈ ਸਾਰੀ ਪੂਰੀ ਕਰ ਲੋ। ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਛ ਪਾਰਾ ਵਾਰਾ। ਅੱਜ ਸੱਚਖੰਡ ਨੂੰ ਜਾ ਰਹੇ ਨੇ ਮਹਾਰਾਜ ਦੁਸ਼ਟ ਦਮਨ ਦੇ ਰੂਪ ਵਿੱਚ। ਤੁਮ ਸਭ ਗਿਆਤਾ ਪਰਮ ਪ੍ਰਵੀਨ, ਤੁਸੀਂ ਪਰਮ ਪ੍ਰਵੀਨ ਚਤੁਰ ਹੋ, ਹਰ ਤਰ੍ਹਾਂ ਦੀ ਤੁਹਾਨੂੰ ਗਿਆਤ ਹੈ। ਅਸੀਂ ਤੁਹਾਨੂੰ ਕੀ ਕਹਿ ਸਕਦੇ ਹਾਂ। ਜੋ ਮੁਕਤਪੁਰ ਛਾਏ ਬਕੁੰਠ ਧਾਮ ਚੋਂ ਬਵਾਨ ਲੈ ਕੇ ਨਿਮਰਤਾ ਨਾਲ ਬੇਨਤੀਆਂ ਕਰਦੇ ਨੇ। ਤਪ ਤੇ ਸ਼ਾਂਤ ਕਰੋ ਔਰ ਅੰਤਰ, ਐਸ ਵੇਲੇ ਤੁਸੀਂ ਤਪ ਤੋਂ ਸ਼ਾਂਤੀ ਧਾਰੋ, ਸਤੋਮਈ ਬਿਰਤੀ ਦੇ ਵਿੱਚ ਸਥਿਤ ਹੋਵੋ। ਆਏ ਸਮਾਨੋ ਬਿਲਮ ਬਿਹੀਨ, ਬਿਨਾਂ ਦੇਰ ਤੋਂ ਵਾਹਿਗੁਰੂ ਦੀ ਆਗਿਆ ਦਾ ਪਾਲਨ ਕਰੋ। ਸ੍ਰੀ ਮੁਖ ਪ੍ਰਭ ਅਕਾਲ ਕੀ ਆਗਿਆ, ਸੁਹਾਏਮਾਨ ਮੁਖੋਂ ਅਕਾਲ ਪੁਰਖ ਦੀ ਆਗਿਆ ਹੈ। ਸੁਣਤ ਪਈ ਪੁਲ ਕਾਵਲ ਆਏ, ਜਦੋਂ ਖਾਲਸਾ ਜੀ ਆ ਗਏ ਸੁਨੇਹੇ, ਮਹਾਰਾਜ ਦਾ ਰੋਮ ਰੋਮ ਖੜਾ ਹੋ ਗਿਆ। ਸਰੀਰ ਮਾਤਰ ਹੀ ਸਤ ਸੰਗਤ ਜੀ ਪਿੰਜਰਾ ਹੋਇਆ ਇਹੀ ਜੀ ਖੁਸ਼ੀ ਚੜੀ ਸਤ ਸੰਗਤ ਜੀ। ਉਸੇ ਵੇਲੇ ਸਰੀਰ ਰਿਸ਼ਟ ਪੁਸ਼ਟ ਹੋ ਗਿਆ। ਭਗਵਾਨ ਆਇਆ ਦੇਖ ਕੇ ਔਰ ਆਨੰਦ ਅਸਰ ਭਰਿਆ ਏ, ਬਰਾਗ ਦੇ ਨਾਲ ਅਥਰੂ ਭਰਿਆ ਏ ਨੇਤਰਾਂ ਦੇ ਅੰਦਰ ਕਿ ਅਸੰਖਾਂ ਸਾਲ ਬਤੀਤ ਹੋ ਗਏ ਅੱਜ ਤਪ ਕਰਦਿਆਂ ਨੂੰ। ਅੱਜ ਸਾਡੀ ਵਾਰੀ ਆਈ ਆ ਸੱਚਖੰਡ ਜਾਣ ਦੀ। ਅਸੀਂ 2 ਦਿਨ ਭਜਨ ਕਰਕੇ ਕਹਿੰਦੇ ਆ ਮਨ ਤਾਂ ਟਿਕਦਾ ਨਹੀਂ, ਛੱਡੋ ਪਰੇ। ਖਾਲਸਾ ਜੀ ਐਸੇ ਜਿਹੜੇ ਕਥਾ ਦੇ ਪ੍ਰਸੰਗ ਨੇ ਇਸੇ ਕਰਕੇ ਵਿਚਾਰੀ ਦੇ ਐ। ਪਰਮੇਸ਼ਰ ਦੇ ਦਰ 'ਚ ਦੇਰ ਤਾਂ ਹੈ ਅੰਧੇਰ ਨਹੀਂ। ਪ੍ਰਭ ਘਾਲਿਆ ਕਿਸ ਕਾ ਤਿਲ ਨਾ ਗਵਾਈ, ਪ੍ਰਭੂ ਕਿਸੇ ਦੀ ਘਾਲਣਾ ਕੀਤੀ ਹੋਈ ਹੈ ਤਿਲ ਮਾਤਰ ਵੀ ਗਵਾਉਂਦਾ ਨਹੀਂ ਹੈ। ਜਪ ਕੇ ਤਪ ਕਰਕੇ ਸਤ ਸੰਗਤ ਜੀ ਸੇਵਾ ਅੱਜ ਦੇ ਸਮੇਂ ਵਿੱਚ ਤਪ ਹੈ। ਜਪ ਸੰਗਤ ਛਾਜਨੀਆਂ ਭਰਨੀਆਂ ਸਭ ਤੋਂ ਵੱਡਾ ਸਤ ਸੰਗਤ ਜੀ ਜਾਪ ਹੈ। ਸੋ ਆਪ ਜੀ ਅੱਜ ਅਸੰਖਾਂ ਸਾਲ ਸਤ ਸੰਗਤ ਜਿਹੜਾ ਤਪ ਹੈ ਕੀਤਾ, ਉਹਦਾ ਫਲ ਕੀ ਹੈ? ਵਾਹਿਗੁਰੂ ਦੇ ਦਰਸ਼ਨ, ਵਾਹਿਗੁਰੂ ਚ ਲੀਨਤਾ। ਉਹ ਸਤ ਸੰਗਤ ਜੀ ਪਦਵੀ ਪ੍ਰਾਪਤ ਕਰਨ ਵਾਸਤੇ ਖੁਸ਼ ਹੋ ਕੇ ਭਗਵਾਨ ਦੇ ਤੇ ਤਿਆਰ ਹੋ ਰਹੇ ਨੇ ਚੜ੍ਹਨ ਲਈ। ਪ੍ਰੇਮ ਵਿਖੇ ਗਦ ਗਦ ਬਚ ਗਾਏ, ਪ੍ਰੇਮ ਦੇ ਵਿੱਚ ਬਾਣੀ ਅਸਤ ਵਿਅਸਤ ਹੋ ਗਈ, ਕੰਠ ਰੁਕ ਗਿਆ। ਕ੍ਰਿਸਤਨ ਜੁਸ਼ਟ ਪੁਸ਼ਟ ਰਿਸ਼ਟੇ ਅਤ, ਜਿਹੜਾ ਸਰੀਰ ਸੁੱਕਿਆ ਪਿਆ ਸੀ ਉਹ ਸਤ ਸੰਗਤ ਜੀ ਹਰਾ ਭਰਾ ਹੋ ਗਿਆ ਸਨੇਹਾ ਸੁਣ ਕੇ ਸੱਚਖੰਡ ਦਾ। ਸਿੱਖਣ ਕੋ ਸੁਭਤਾ ਦਰਸਾਏ, ਜਿੰਨੇ ਸਤ ਸੰਗਤ ਜੀ ਉੱਥੇ ਤਪੱਸੀ ਪਿੱਛੇ ਪ੍ਰਸੰਗ ਵਿਚਾਰ ਚੁੱਕੇ ਹਨ, ਜਿੱਥੇ ਆਪ ਜੀ ਨੇ ਹੇਮਕੁੰਡ ਪਰਬਤ ਤੇ ਤਪੱਸਿਆ ਕੀਤੀ ਹੈ, ਇਰਦ ਗਿਰਦ ਹੋਰ ਬਹੁਤ ਤਪੱਸਿਆ ਕਰਦੇ ਸੀ।
ਸਾਰਿਆਂ ਦੇ ਮੁਖੀ ਦੁਸ਼ਟ ਦਮਨ ਜੀ ਸਨ। ਸਾਰਿਆਂ ਨੂੰ ਸਿੱਖਿਆ ਢੰਗ ਦੱਸਦੇ ਸੀ ਤਪ ਕਰਨ ਦਾ। ਉਹ ਸਾਰੇ ਸਤ ਸੰਗੀ ਤਪੱਸੀਆਂ ਨੇ ਜਦ ਦੇਖਿਆ ਭਗਵਾਨ ਆਇਆ ਹੋਇਆ, ਜਦੋਂ ਹੀ ਸਤ ਸੰਗੀ ਦੇਖਣ ਲੱਗ ਗਏ ਵੀ ਜਿਹੜੇ ਸਾਨੂੰ ਸਿੱਖਿਆ ਦੇਣ ਵਾਲੇ, ਤਪ ਦੀ ਜੁਗਤੀ ਦੱਸਣ ਵਾਲੇ, ਉਹ ਤਾਂ ਹੋ ਜਿਹਾ ਸੁੱਕਿਆ ਸਰੀਰ ਹੀ ਨਹੀਂ ਰਿਹਾ, ਕੀ ਸੋਹਣਾ ਸਰੂਪ ਪ੍ਰਕਾਸ਼ਮੈ ਦਿਖ ਰਿਹਾ ਹੈ। ਆਸਵਾਮਨ ਕਰ ਸਭਿਨ ਕੇਰਾ। ਸਾਰੇ ਨੇੜੇ ਆ ਗਏ, ਸਤ ਸੰਗੀ ਤਪੱਸੀ ਇਕੱਠੇ ਹੋ ਗਏ ਜੰਗਲਾਂ ਚੋਂ। ਸਾਰਿਆਂ ਨੂੰ ਮਹਾਰਾਜ ਨੇ ਦੁਸ਼ਟ ਦਮਨ ਨੇ ਉਸ ਵੇਲੇ ਦਿਲਾਸਾ ਦਿੱਤਾ। ਮਿਰਦਲ ਸੁਖ ਦੁਖੈ ਸ੍ਰੇ ਸੁਨਾਏ। ਸੁਖ ਦੇਣੇ ਵਾਲੇ, ਆਸ਼ੀਰਵਾਦ ਵਾਲੇ ਬਚਨ ਕੋਮਲ ਮੁਖੋਂ ਸੁਣਾਏ ਬਚਨ ਦੁਸ਼ਟ ਦਮਨ ਨੇ। ਹਰੀ ਅਕਾਲ ਪੁਰਖ ਦਿਸ਼ ਬੰਧਨ। ਦਿਲਾਸਾ ਦੇ ਕੇ ਕਿ ਅਸੀਂ ਸੱਚਖੰਡ ਦਰਸ਼ਨ ਦੇ ਕੇ ਚਿੰਤਾ ਨਾ ਕਰਿਓ, ਅਸੀਂ ਆਵਾਂਗੇ ਤੁਹਾਡੇ ਕੋਲੇ। ਧੀਰਜ ਦੇ ਕੇ ਤਪੱਸੀਆਂ ਨੂੰ ਸਤ ਸੰਗਤ ਜੀ ਉਸੇ ਵੇਲੇ ਵਾਹਿਗੁਰੂ ਵੱਲ ਮੱਥਾ ਟੇਕਿਆ, ਧਿਆਨ ਧਾਰ ਕੇ ਪਹੁੰਚੇ ਪੁਣੇ ਸਮੀਪ ਬਮਾਨ। ਅਰਦਾਸਾ ਸੋਧ ਕੇ, ਜਿਵੇਂ ਆਪਾਂ ਸਤ ਸੰਗਤ ਜੀ ਕਿਸੇ ਪਾਸੇ ਨੂੰ ਚੱਲਦੇ ਆਂ, ਆਪ ਜੀ ਨੇ ਵਾਹਿਗੁਰੂ ਦਾ ਧਿਆਨ ਧਾਰ ਕੇ ਸਤ ਸੰਗਤ ਜੀ ਉਸ ਵੇਲੇ ਬਮਾਨ ਦੇ ਨੇੜੇ ਜਾਣਾ ਕੀਤਾ। ਝਾਲਰ ਮੁਕਤਾ ਲਰਕਤ ਚੌਂਦਿਸ। ਚਾਰ ਸਪੇਰੇ ਮੋਤੀਆਂ ਦੀਆਂ ਝਾਲਰਾਂ ਲਟਕਦੀਆਂ ਬਵਾਨ ਦੇ ਵਿੱਚ ਬੈਠ ਕਾ ਬਣੀ ਮਹਾਨ। ਸੋਹਣੀ ਬੈਠਣ ਨੂੰ ਜਗ੍ਹਾ ਬਣੀ ਹੋਈ ਸੀ ਵਿੱਚ। ਤੀਨ ਪ੍ਰਦਰਸ਼ਨ ਤੀਨ ਫਿਰ ਕਰ। ਖਾਲਸਾ ਜੀ ਆਖੋ ਵਾਹਿਗੁਰੂ। ਤਿੰਨ ਪ੍ਰਕਰਮਾਂ ਬਵਾਨ ਦੀਆਂ ਕੀਤੀਆਂ ਆਪ ਜੀ ਨੇ। ਇਹ ਮਰਜ਼ਾਦਾ ਗੁਰੂ ਘਰ ਵਿੱਚ ਆ ਕੇ ਦੁਬਾਰਾ ਪ੍ਰਗਟ ਹੋ ਕੇ ਵੀ ਰੱਖੀ। ਜਦੋਂ ਆਪ ਜੀ ਘੋੜੇ ਤੇ ਸਵਾਰ ਹੋਇਆ ਕਰਦੇ, ਖਾਲਸਾ ਜੀ ਘੋੜੇ ਦੇ ਚਰਨਾਂ ਨੂੰ ਸਤ ਸੰਗਤ ਜੀ ਨਮਸਕਾਰ ਕਰਿਆ ਕਰਦੇ ਆਪ। ਉਸ ਤੋਂ ਬਾਅਦ ਸਤ ਸੰਗੀ ਸਵਾਰੀ ਕਰਿਆ ਕਰਦੇ। ਸੋ ਜਿਸ ਵੇਲੇ ਗੁਰਤਾ ਗੱਦੀ ਵੀ ਦਿੰਦੇ, ਉਦੋਂ ਵੀ ਤਿੰਨ ਪ੍ਰਕਰਮਾ ਕਰਕੇ ਸਤ ਸੰਗਤ ਜੀ ਚਰਨ ਮੂਹਰੇ ਮਹਾਰਾਜ ਦੇ ਪਹਿਲਿਆਂ ਦੇ ਆਪ ਸਤ ਸੰਗਤ ਜੀ ਭੇਟਾ ਕਰਿਆ ਕਰਦੇ, ਨਾਰੀਅਲ ਤੇ 5 ਪੈਸੇ ਆਦਿ। ਸੋ ਅੱਜ ਭਗਵਾਨ ਦੀ ਪ੍ਰਕਰਮਾ ਕਰਕੇ ਆਪ ਜੀ ਨੇ ਨਮਰੀ ਹੋਏ ਅਰੂਢੇ ਜਾਨ। ਬੜੀ ਨਿਮਰਤਾ ਧਾਰ ਕੇ ਭਗਵਾਨ ਦੇ ਉੱਤੇ ਸਵਾਰੀ ਸਮਝ ਕੇ ਸਵਾਰ ਹੋ ਗਏ। ਪਰਮ ਗੁਰੂ ਮਹਿਮਾ ਮਨ ਕੋ ਕੀਨਸ। ਮਨ ਵਿੱਚ ਦੀ ਬਿਰਤੀ ਕਿੱਥੇ ਲਾਈ? ਪਰਮ ਗੁਰੂ ਕੌਣ ਹੈ? ਅਕਾਲ ਪੁਰਖ ਅੰਤਰਜਾਮੀ ਹੈ। ਉਹਦੇ ਵਿੱਚ ਬਿਰਤੀ ਲਾ ਲਈ ਵਾਹਿਗੁਰੂ ਦੇ ਵਿੱਚ। ਗਮਨ ਚਾਹਿਓ ਦਰਸ਼ਨ ਇਸ ਠਾਨ। ਦਰਸ਼ਨਾਂ ਦੀ ਇੱਛਾ ਧਾਰ ਕੇ ਚੱਲਣਾ ਚਾਹਿਆ। ਦੋਰਾ ਕਰਿਓ ਗਮਨ ਕੋ ਮੁਨ ਜਵੇ। ਜਿਸ ਵੇਲੇ ਸਤ ਸੰਗਤ ਜੀ ਆਪ ਨੇ ਦੁਸ਼ਟ ਦਮਨ ਮੁਨੀ ਦੇ ਰੂਪ ਵਿੱਚ ਜਾਣਾ ਕੀਤਾ, ਸੱਚਖੰਡ ਨੂੰ ਭਗਵਾਨ ਤੇ ਚੜ ਕੇ ਵੇਗ ਬਸਾਲ ਬਿਮਾਨ। ਤੇਜ ਬੜਾ ਚੱਲਿਆ ਭਗਵਾਨ। ਤੂਰਨ ਹੀ ਊਰਦ ਉਠਿਓ। ਨਾਲੇ ਗਣ ਵੀ ਹਨ ਸਤ ਸੰਗ ਜੀ ਜਿਹੜੇ ਉੱਥੇ ਰਹਿਣ ਵਾਲੇ ਭਗਤ ਪੁਰਸ਼ ਨੇ ਬੁਕਟ ਧਾਮ ਦੇ। ਬੜੀ ਛੇਤੀ ਆਕਾਸ਼ ਨੂੰ ਚੱਲਿਆ। ਚਲਿਓ ਜਾਤ ਜਿਮ ਭਾਨ। ਜਿਵੇਂ ਸੂਰਜ ਆਕਾਸ਼ ਵਿੱਚ ਜਾ ਰਿਹਾ ਪ੍ਰਕਾਸ਼ ਦੇ ਸਹਿਤ, ਐ ਭਗਵਾਨ ਜਾ ਰਿਹਾ ਮਹਾਰਾਜ ਜੀ ਦਾ। ਸਈਆ ਚੰਦ ਬੇਗ ਬਮਾਨ ਸਮਾਨ ਜੋ ਮਨ ਕੇ। ਜਿਵੇਂ ਮਨ ਦੀ ਸਤ ਸੰਗੀ ਤੇਜੀ ਆ, ਐ ਤੇਜੀ ਦੇ ਨਾਲ ਭਗਵਾਨ ਚੱਲਿਆ। ਨਿਮਕ ਵਿਖੇ ਪਹੁੰਚਿਓ ਦਰਬਾਰ। ਇੱਕ ਨਿਮਕ ਵਿੱਚ ਸਤ ਸੰਗ ਜੀ ਸੱਚਖੰਡ ਵਿੱਚ ਪਹੁੰਚ ਗਿਆ ਹੈ। ਸ਼ਰੀਦਾਰ ਦਰਸ਼ਨ ਪ੍ਰੇ ਠਾਂਡੇ। ਉੱਥੇ ਦਾ ਕੀ ਨਜ਼ਾਰਾ ਦੇਖਿਆ ਖਾਲਸਾ ਜੀ? ਦਰਸ਼ਨਾਂ ਦੇ ਪਿਆਰੇ ਆਇਆਂ ਨੂੰ ਜੀ ਆਓ ਕਹਿਣ ਵਾਲੇ। ਖਾਲਸਾ ਜੀ ਛਿਟੀਦਾਰ ਜਿਹੜੇ ਚੋਬਦਾਰ ਹੁੰਦੇ ਨੇ, ਬੁਕੁੰਠ ਧਾਮ ਦੇ ਵੱਡੇ ਦਰਵਾਜ਼ੇ ਤੇ ਖੜੇ ਨੇ। ਸਿੰਘ ਭੌਰ ਜਨ ਰਜਤ ਪਹਾੜ। ਜਿਸ ਨੂੰ ਸਤ ਸੰਗੀ ਸ਼ੇਰਾਂ ਵਾਲਾ ਦਰਵਾਜ਼ਾ ਕਹਿੰਦੇ ਨੇ। ਸਾਹਮਣੇ ਖੜੇ ਨੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕਿਹਾ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤਵੈ ਸਭ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ, ਕੀਤੇ ਤੇਰੇ ਬਾਵਨ ਹਾਰੇ। ਹੇ ਵਾਹਿਗੁਰੂ, ਤੇਰੇ ਸੱਚਖੰਡ ਦਾ ਦਰ ਕਿਹਾ ਜਾ ਕਹਿ ਦਈਏ, ਤੇਰਾ ਮਾਰਾ ਘਰ ਕਿਹਾ ਜਾ ਕਹਿ ਦਈਏ, ਜਿੱਥੇ ਅਨੰਤ ਜੀਵ ਤੇਰਾ ਜਸ ਗਾਉਂਦੇ ਕਹੇ ਨਹੀਂ ਜਾਂਦੇ। ਹੋਰ ਕੀਤੇ ਤੈਨੂੰ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ। ਕਿੱਥੇ ਤੱਕ ਅਸੀਂ ਵਿਚਾਰ ਕਰੀਏ? ਜਿੰਨੇ ਕਹੇ ਗਏ ਇਹ ਸਾਰੇ ਨਹੀਂ ਕਹੇ ਹੋਏ, ਬੇਅੰਤ ਆਪ ਨੂੰ ਗਾਉਂਦੇ ਨੇ। ਉਹ ਸੱਚਖੰਡ ਦੇ ਦਰ ਦੇ ਸਾਹਮਣੇ ਜਦੋਂ ਸਤ ਸੰਗਤ ਜੀ ਪਹੁੰਚੇ ਭਗਵਾਨ। ਸੂਰਜ ਸੰਸਰ ਮਹਿਦ ਪ੍ਰਕਾਸ਼ਕ। ਸੂਰਜ ਦੇ ਸਮਾਨ ਬੜਾ ਭਾਰੀ ਪ੍ਰਕਾਸ਼ ਰਿਹਾ ਭਗਵਾਨ। ਕਬ ਸਮਰਤ ਕੋ ਕਰੇ ਉਚਾਰ। ਕੌਣ ਹੈ ਸੰਸਾਰ ਦੇ ਮਾਤ ਲੋਕ ਦੇ ਅੰਦਰ ਸ਼ਕਤੀ ਰੱਖਦਾ ਕਵੀ, ਜੋ ਸਤ ਸੰਗ ਜੀ ਉਸ ਬਕੁੰਠ ਧਾਮ ਦੀ ਮਹਿਮਾ ਦੱਸ ਦੇਵੇ। ਜਿੱਥੇ ਉਹ ਗੇਟ ਸੀ, ਦਰਵਾਜ਼ਾ ਜਿਵੇਂ ਚਾਂਦੀ ਦਾ ਪਹਾੜ ਸਾਹਮਣੇ ਹੁੰਦਾ ਐ ਚਮਕਦਾ ਹੈ। ਐ ਤੇ ਉੱਤਰ ਕਰੇ ਤਬ ਦਰਸੇ। ਜਿਸ ਵੇਲੇ ਦਰਵਾਜ਼ਾ ਬਕੁੰਠ ਧਾਮ ਦਾ ਆਇਆ, ਆਪ ਜੀ ਉੱਥੋਂ ਹੀ ਦੀਵਾਨ ਤੋਂ ਉੱਤਰ ਖੜੇ। ਜਦੋਂ ਉਤਰੇ ਸਤ ਸੰਗਤ ਜੀ, ਉੱਥੇ ਦੇ ਚੋਬਦਾਰਾਂ ਨੇ
ਡਿਉਢੀਦਾਰਾਂ ਨੇ ਦੇਖੇ ਮੁਖ ਮੰਡਲ ਜਨ ਚੰਦ ਉਦਾਰ, ਜੋ ਚਿਹਰਾ ਸਤ ਸੰਗ ਜੀ ਗੋਲਾਕਾਰ ਹੈ, ਮਾਨੋ ਚੰਦਰਮਾ ਹੈ। ਸੁੰਦਰ ਦਰਸ਼ਨ ਮੰਦਰ ਦਰ ਪਰ, ਮੰਦਰ ਦੇ ਸਤ ਸੰਗ ਜੀ ਦਰਵਾਜੇ ਤੇ ਸੱਚਖੰਡ ਦੇ ਜਿਹੜੇ ਦਰ ਤੇ ਖੜੇ ਸੀ ਨਾ ਮੁਕਤ ਪੁਰਸ਼ ਸੰਤ ਭਗਤ, ਉਹਨਾਂ ਦੇ ਬੜੇ ਸੁੰਦਰ ਰੂਪ ਸਨ। ਮੰਦਹਾਸ ਮਿਰ ਦੁਸ਼ਵਰ ਮੁਦ ਪਾਏ, ਉਹ ਸਤ ਸੰਗ ਜੀ ਬੜੇ ਖੁਸ਼ ਹੋ ਰਹੇ ਨੇ ਕਿ ਅੱਜ ਇਹਨਾਂ ਦੀ ਘਾਲਣਾ ਪੂਰੀ ਹੋਈ ਹੈ, ਕਮਾਈ ਕਰਕੇ ਆਏ ਹਨ। ਹੌਲੀ ਹੌਲੀ ਮੁਸਕਰਾ ਰਹੇ ਨੇ ਔਰ ਮਿੱਠੇ ਬੋਲ ਬੋਲ ਰਹੇ ਨੇ ਮੂੰਹੋਂ। ਸਾਦਰ ਅਗਲ ਲੈਨ ਕੋ ਆਏ, ਲੈਣ ਵਾਸਤੇ ਸਤਿਕਾਰ ਵਾਸਤੇ ਸਾਹਮਣੇ ਦਰਵਾਜ਼ੇ ਤੇ ਆਏ ਸੇਵਕ ਮਿਲੇ ਸੰਗ ਲੈ ਚਲੇ ਲਵਾਏ। ਦੁਸ਼ਟ ਦਮਨ ਜੀ ਨੂੰ ਨਾਲ ਲੈ ਕੇ ਅੱਗੇ ਮਹਾਰਾਜ ਕੋਲ ਨੂੰ ਲੈ ਕੇ ਚੱਲੇ। ਗਏ ਪ੍ਰਭ ਕੇ ਦਰਸ਼ਨ ਕਰਕੇ, ਜਦੋਂ ਸਤ ਸੰਗ ਜੀ ਪਹੁੰਚੇ ਸਾਹਮਣੇ ਵਾਹਿਗੁਰੂ ਦੇ ਦਰਸ਼ਨ ਕੀਤੇ। ਕਰੀ ਦੰਡਵਤ ਪ੍ਰੇਮ ਵਧਾਏ, ਜਾਂਦਿਆਂ ਹੀ ਦੁਸ਼ਟ ਦਮਨ ਜੀ ਨੇ ਵਾਹਿਗੁਰੂ ਅੱਗੇ ਖਾਲਸਾ ਜੀ ਪ੍ਰੇਮ ਵਧਾ ਕੇ ਡੰਡੇ ਵਾਂਗੂ ਪੱਲੇ ਲੰਮੇ ਪੈ ਕੇ ਡੰਡੌਤ ਬੰਦਨਾ ਕੀਤੀ। ਉਠ ਲੋਚਨ ਤੇ ਰੂਪ ਅਮੀਨਿਦ, ਕੀ ਕਰ ਰਹੇ ਨੇ ਉਸ ਵੇਲੇ ਖਾਲਸਾ ਜਿਹੜੇ ਨੇਤਰ ਨੇ, ਇਹ ਤਾਂ ਸਮਝ ਡੂਨੇ ਹਨ, ਪਾਤਰ ਹਨ। ਵਾਹਿਗੁਰੂ ਦੇ ਜਿਹੜੇ ਦਰਸ਼ਨ ਨੇ ਉਹ ਅੰਮ੍ਰਿਤ ਹੈ। ਅੱਜ ਨੇਤਰਾਂ ਰੂਪੀ ਡੂਨਿਆਂ ਦੇ ਨਾਲ ਦਰਸ਼ਨਾਂ ਰੂਪੀ ਅੰਮ੍ਰਿਤ ਪੀ ਰਹੇ ਨੇ, ਘੜੀ ਘੜੀ ਦੇਖ ਰਹੇ ਨੇ। ਪਾਨ ਕਰਤਬੋ ਨਹੀਂ ਤ੍ਰਿਪਤਾਏ, ਤ੍ਰਿਪਤ ਨਹੀਂ ਹੋ ਰਹੇ ਦਰਸ਼ਨ ਕਰਕੇ, ਦਰਸ਼ਨ ਕਰੀ ਜਾ ਰਹੇ ਨੇ। ਹਾਥ ਬੰਦ ਪੁਨ ਬੰਧਨ ਧਾਰੀ, ਹੱਥ ਜੋੜ ਕੇ ਫਿਰ ਮੱਥਾ ਟੇਕਿਆ ਦੁਬਾਰਾ। ਠਾਂਡੇ ਭਏ ਨਿਮਰਤਾ ਸਾਥ, ਨਿਮਰਤਾ ਧਾਰ ਕੇ ਖੜੇ ਹੋ ਗਏ ਦੁਸ਼ਟ ਦਮਨ ਜੀ। ਕਹੇ ਨਾਮ ਜੋ ਬੀਚ ਜਾਪ ਜੀ, ਜਾਪ ਸਾਹਿਬ ਦੇ ਅੰਦਰ ਸੱਚ ਜਿਹੜੇ ਨਾਮ ਦੇਖ ਲੋ ਕਹੇ ਨੇ, ਉਹ ਆਪਾਂ ਨਿਤਨੇਮ ਅਨੁਸਾਰ ਬਾਣੀ ਪੜ੍ਹਦੇ ਹਾਂ। ਇਹ ਜਾਪ ਸਾਹਿਬ ਉਸ ਵੇਲੇ ਉਚਾਰਨ ਕੀਤਾ ਖਾਲਸਾ ਜੀ ਆਪ ਜੀ ਨੇ। ਜਦੋਂ ਅੰਮ੍ਰਿਤ ਦੀ ਦਾਤ ਦਿੱਤੀ ਆ ਖਾਲਸੇ ਨੂੰ, ਅੰਮ੍ਰਿਤ ਤਿਆਰ ਕੀਤਾ। 5 ਬਾਣੀਆਂ ਤਾਂ ਪਹਿਲਾਂ ਆਪ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਕਲਗੀਧਰ ਪਾਤਸ਼ਾਹ ਨੇ। ਖਾਲਸੇ ਨੇ ਪੁੱਛਿਆ ਮਹਾਰਾਜ ਆਹ ਬਾਣੀ ਨਵੀਂ ਤੁਸੀਂ ਪ੍ਰਗਟ ਕੀਤੀ ਹੈ, ਇਹ ਕਦੋਂ ਉਚਾਰਨ ਕੀਤੀ ਸੀ ਆਰੰਭ ਦੇ ਵਿੱਚ? ਖਾਲਸਾ ਜੀ ਜਿਸ ਵੇ ਅਸੀਂ ਪਹਿਲੇ ਜਾਮੇ 'ਚ ਤਪ ਕਰਕੇ ਹੇਮਕੁੰਡ ਤੇ ਸੱਚਖੰਡ ਪਹੁੰਚੇ ਆ, ਵਾਹਿਗੁਰੂ ਦੇ ਅਸੀਂ ਸਾਹਮਣੇ ਇਹ ਬਾਣੀ ਉਚਾਰਨ ਕੀਤੀ ਹੈ। ਇਹ ਅਸੀਂ ਮਾਤ ਲੋਕ 'ਚ ਪ੍ਰਗਟ ਕਰਕੇ ਜਪਜੀ ਸਾਹਿਬ ਤੋਂ ਦੂਜੇ ਨੰਬਰ ਤੇ ਬਾਣੀ ਰੱਖਦੇ ਹਾਂ। ਇਹ ਵਾਹਿਗੁਰੂ ਦਾ ਸਤੋਤਰ ਹੈ। ਜਿਹੜਾ ਇਸ ਬਾਣੀ ਨੂੰ ਪੜ੍ਹਿਆ ਕਰੇਗਾ ਉਹਨੂੰ ਨਿਰਾਕਾਰ ਸਰੂਪ ਦੀ ਪ੍ਰਾਪਤੀ ਹੋਇਆ ਕਰੇਗੀ, ਜਿਵੇਂ ਅਸੀਂ ਸੱਚਖੰਡ ਗਏ ਸੀ। ਐਡਾ ਵੱਡਾ ਮਹਾਤਮਾ ਸਤ ਸੰਗਤ ਜੀ ਜਿਹੜਾ ਕੱਟੜ ਖਾਲਸਾ ਖਵਾਉਂਦਾ ਹੈ, ਜਿੱਥੇ ਉਹ ਪਹੁੰਚਣਾ ਚਾਹੁੰਦਾ ਉਹ ਬਸਤਾ ਸਤ ਸੰਗਤ ਜੀ ਜਾਪ ਸਾਹਿਬ ਦੀ ਕਿਰਪਾ ਕਰਕੇ ਪ੍ਰਾਪਤ ਹੁੰਦੀ। ਜਾਪ ਸਾਹਿਬ ਦੇ ਅੰਦਰ ਸਾਰੇ ਸਤ ਸੰਗਤ ਨਿਰਗੁਣ ਸਰੂਪ ਦੇ ਲਕਸ਼ਣ ਹਨ, ਸਾਕਾਰ ਰੂਪ ਦੇ ਨਹੀਂ ਹਨ। ਨਵਸਤੂ ਅਕਾਲੇ, ਨਵਸਤੂ ਕਿਰਪਾਲੇ, ਨਵਸਤੂ ਅਰੂਪੇ, ਨਵਸਤੂ ਅਨੂਪੇ। ਉਪਮਾ ਨਹੀਂ ਕਹੀ ਜਾਂਦੀ। ਕਾਲ ਤੋਂ ਰਹਿਤ ਹੈ, ਰੂਪ ਤੋਂ ਰਹਿਤ ਹੈ। ਇਹ ਜੇ ਸਰੂਪ ਦੇ ਸਤ ਸੰਗਤ ਜੀ, ਜਿਹਾ ਜਿਹਾ ਵਾਹਿਗੁਰੂ ਦਾ ਸਰੂਪ ਸੀ ਨਾ, ਉਹ ਵਰਣਨ ਕੀਤਾ ਆਪ ਜੀ ਨੇ ਸਾਹਮਣੇ ਹੱਥ ਜੋੜ ਕੇ। ਸਾਰੀ ਉਸਤਤੀ ਜਾਪ ਸਾਹਿਬ ਦੇ ਵਿੱਚ ਸਤੋਤਰ ਰੂਪ ਬਾਣੀ ਹੈ। ਇਹ ਨਿਰਗੁਣ ਸਰੂਪ ਦੇ ਵਿੱਚ ਅਭੇਦਤਾ ਦੀ ਬਖਸ਼ਿਸ਼ ਕਰਨ ਵਾਲੀ ਬਾਣੀ ਜਾਪ ਸਾਹਿਬ ਉਚਾਰਨ ਕੀਤਾ ਦੁਸ਼ਟ ਦਮਨ ਜੀ ਨੇ ਉਸ ਵੇਲੇ। ਵਰਣਨ ਕਰੇ ਸਤੁਤ ਕੀ ਗਾਥ, ਬਹੁਤ ਹੀ ਉਸਤਤੀ ਵਾਲੀ ਬਾਣੀ ਮੁਖੋਂ ਉਚਾਰੀ। ਕਹਿ ਕਰ ਮੁਖ ਤੇ ਨਵੇਂ ਨਵੇਂ ਪ੍ਰਭ, ਬਾਰ ਬਾਰ ਸਤ ਸੰਗਤ ਜੀ ਦੇਖ ਲੋ, ਥੋੜੀ ਵੇਰੀ ਨਮਸਕਾਰ ਕੀਤੀ ਹੋਈ ਆ ਜਾਪ ਸਾਹਿਬ ਵਿੱਚ। ਘੜੀ ਘੜੀ ਨਮਸਤੁ 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 ਸਤ ਸੰਗਤ ਜੀ ਕਹੀ ਜਾਂਦੇ ਨੇ। ਸੋ ਬਾਰ ਬਾਰ ਨਮਸਕਾਰ ਕਰਦੇ ਹਨ। ਬਾਰਨ ਬਾਰ ਨਵਾਏ ਮਾਥ, ਨਾਲ ਹੀ ਬਾਰ ਬਾਰ ਸਿਰ ਝੁਕਾਈ ਜਾਂਦੇ ਨੇ, ਨਾਲੇ ਮੁਖੋਂ ਕਹਿੰਦੇ ਨੇ ਨਮਸਕਾਰ। ਸਰਬ ਜੋਤ ਕੀ ਜੋਤ ਰੂਪ ਤੁਮ, ਕੀ ਕਹਿੰਦੇ ਨੇ? ਹੇ ਮਹਾਰਾਜ ਤੁਸੀਂ ਸਾਰੇ ਖੱਟ ਜੋਤੀਆਂ ਦੀ, ਜਿੰਨੇ ਪ੍ਰਕਾਸ਼ ਨੇ ਸੰਸਾਰ ਤੇ, ਸਾਰਿਆਂ ਦੇ ਜੋਤੀ ਸਰੂਪ ਹੋ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੇ ਚਾਨਣ ਸਭ ਮੈਂ ਚਾਨਣ ਹੋਏ। ਅਖਿਲ ਲੋਕਨਾਥਨ ਕੇ ਨਾਥ, ਸਾਰੇ ਜਿੰਨੇ 14 ਭਵਨ ਨੇ, ਬ੍ਰਹਮੰਡ ਖੰਡ ਹਨ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਸਾਰੇ ਬ੍ਰਹਮੰਡਾਂ ਦੇ ਸੁਆਮੀ ਹੋ। ਭਯੰ ਪ੍ਰਜਾ ਛੰਦ ਨਮੋ ਸਤਿਆ ਨਾਮੰ, ਕੈਸੇ ਉਸਤ ਕੀਤੀ ਸਤ ਸੰਗਤ ਜੀ
ਹੇ ਸੱਚੇ ਨਾਮ ਵਾਲੇ ਵਾਹਿਗੁਰੂ ਤੈਨੂੰ ਨਮਸਕਾਰ ਹੈ। ਨਮੋ ਸਤਿ ਰੂਪੰ ਹੇ ਸਤ ਸਰੂਪ ਤਿੰਨਾਂ ਕਾਲਾਂ ਚ ਨਾਸ ਹੋਣ ਤੋਂ ਰਹਿਤ ਪਰਮੇਸ਼ਰ ਨਮਸਕਾਰ ਹੈ। ਚਿਦਾਨੰਦ ਏਕੋ ਇੱਕੋ ਇੱਕ ਸਤ ਚੇਤਨ ਆਨੰਦ ਸਰੂਪ ਹੋ ਵਾਹਿਗੁਰੂ ਜੀ ਤੁਸੀਂ। ਅਨਾਮੇ ਅਰੂਪੰ ਰੂਪ ਨਹੀਂ ਤੁਹਾਡਾ ਕੋਈ, ਨਿਰਾਕਾਰ ਹੋ, ਰੋਗਾਂ ਤੋਂ ਰਹਿਤ ਹੋ। ਨਿਮੋ ਬੀਜ ਬੀਜੰ ਨਮੋ ਬੀਜ ਬੀਜੰ ਕਾਰਨਾਂ ਦਾ ਵੀ ਕਾਰਨ ਰੂਪ ਹੋ ਤੁਸੀਂ। ਨਮਸਕਾਰ ਹੈ ਮੇਰੀ। ਮਹਾਨੇ ਮਹਾਨੰ ਵੱਡਿਆਂ ਤੋਂ ਵੱਡੇ ਹੋ ਮਹਾਰਾਜ ਜੀ। ਸਮਾਨੰ ਸਭੂਤੰ ਸਮਾਨੰ ਸਭੂਤੰ ਪਿਛਲੇ ਸਮੇਂ ਵਿੱਚ ਵੀ ਅੱਗੇ ਵੀ ਭਵਿੱਖੰ ਭਵਾਨੰ ਤਿੰਨਾਂ ਕਾਲਾਂ ਚ ਸਮਾਨ ਹੋ। ਇੱਕ ਨਾ ਉਹ ਬੂਢਾ ਨਾ ਉਹ ਬਾਲਾ, ਤਿੰਨਾਂ ਸਮਿਆਂ ਚ ਇੱਕ ਸਰੂਪ ਹੋ। ਨਮੋ ਨਾਥ ਪੂਰੇ ਹੇ ਨਾਥ ਸੁਆਮੀ ਜੀ ਆਪੇ ਪਰਿਪੂਰਨ ਹੋ, ਪੂਰਨ ਹੋ ਸਾਰੇ। ਮੇਰੀ ਨਮਸਕਾਰ ਹੈ। ਸਦਾ ਸਿੱਧ ਦਾਤਾ ਸਦਾ ਮੁਕਤੀਆਂ ਦੇ ਸਿੱਧੀਆਂ ਦੇ ਦਾਤੇ ਹੋ। ਮਹਾਦੇਵ ਦੇਵੰ ਦੇਵਤਿਆਂ ਦੇ ਵੀ ਦੇਵ ਪ੍ਰਕਾਸ਼ ਰੂਪ ਹੋ। ਹੇ ਮਹਾਰਾਜ ਜੀ ਤੁਸੀਂ ਵਿਧਾਤੇ ਵਿਧਾਤਾ ਵਿਧਾਤਾ ਜਿਹੜਾ ਕਰਮਾਂ ਅਨੁਸਾਰ ਫਲ ਦਿੰਦਾ, ਬ੍ਰਹਮਾ ਆਦਿਕ ਉਹਦੇ ਵੀ ਮਾਲਕ ਹੋ। ਜੁਗੀਸ਼ੰ ਜੋਗੀਆਂ ਦੇ ਈਸ਼ਰ ਹੋ। ਭਗੀਸ਼ੰ ਭੋਗੀ ਲੋਕ ਨੇ ਜਿਹੜੇ ਉਹਨਾਂ ਦੇ ਵੀ ਮਾਲਕ ਹੋ। ਅਧੀਸ਼ੰ ਅਧੀਸ਼ੰ ਬੜੇ ਬੜੇ ਜਿਹੜੇ ਰਾਜੇ ਹਨ ਉਹਨਾਂ ਦੇ ਵੀ ਰਾਜਿਆਂ ਦੇ ਰਾਜੇ ਹੋ। ਅਨੀਸ਼ੰ ਅਨੀਸ਼ੰ ਫੌਜਾਂ ਦੇ ਮਾਲਕ ਹੋ। ਸਹਸਰੇ ਸੋ ਬਾਹੂ ਆਪ ਦੀਆਂ ਹਜ਼ਾਰਾਂ ਹੀ ਬਾਹਾਂ ਹਨ। ਸਹਸਰੇ ਸੋ ਸੀਸੰ ਹਜ਼ਾਰਾਂ ਹੀ ਤੁਸੀਂ ਸਿਰਾਂ ਦੇ ਮਾਲਕ ਹੋ। ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਵਿਚਲਤ ਮੋਹੀ। ਉਹੀ ਸਤ ਸੰਗਤ ਜੀ ਮਹਿਮਾ ਕਰ ਰਹੇ ਨੇ ਨਿਰਗੁਣ ਤੇ ਸਰਗੁਣ ਦੀ। ਸਹਿਸ ਰਾਜ ਸਰੋਣੰ ਆਪ ਮਹਾਰਾ ਸਰਗੁਣ ਸਰੂਪ ਧਾਰ ਕੇ ਹਜ਼ਾਰਾਂ ਹੀ ਅੱਖਾਂ ਧਾਰ ਰੱਖਦੇ ਹੋ। ਅੱਖਾਂ ਹੀ ਹਜ਼ਾਰਾਂ ਹੀ ਕੰਨ ਹਨ ਤੁਹਾਡੇ। ਸਹਸਰੇ ਸੋ ਕਰਾਨਾ ਹਜ਼ਾਰਾਂ ਹੀ ਨਾਸਕਾਂ ਹਨ ਆਪ ਦੀਆਂ। ਸਹਸਰਾਨੰ ਜੈ ਸਹਸਰੇ ਸੋ ਪ੍ਰਾਨ ਹਜ਼ਾਰਾਂ ਹੀ ਚਿਹਰੇ ਹਨ, ਹਜ਼ਾਰਾਂ ਹੀ ਪ੍ਰਾਣ ਰੂਪ ਹੋ ਰਹੇ ਹੋ ਸਾਰਿਆਂ ਦੇ ਅੰਦਰ। ਨਮੋ ਤੀਨ ਰੂਪਾ ਇਹ ਮਹਾਰਾਜ ਤਿਰਗੁਣ ਰੂਪ ਵੀ ਆਪ ਧਾਰਿਆ ਹੈ, ਤੁਹਾਨੂੰ ਨਮਸਕਾਰ ਹੈ। ਨਮੋ ਤੀਨ ਹੀਨਾ ਤਿੰਨਾਂ ਗੁਣਾਂ ਤੋਂ ਰਹਿਤ ਨਿਰਗੁਣ ਸਰੂਪ ਵੀ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਪੰਚ ਮੂਲੰ ਪੰਜਾਂ ਤੱਤਾਂ ਦੇ ਕਾਰਨ ਰੂਪ ਮਹਾਰਾਜ ਤੁਹਾਨੂੰ ਨਮਸਕਾਰ ਹੈ। ਨਮੋ ਪੰਚ ਕੀਨਾ ਪੰਜਾਂ ਤੱਤਾਂ ਦੀ ਉਤਪਤੀ ਕਰਨ ਵਾਲੇ ਆਪ ਹੋ, ਮੇਰੀ ਨਮਸਕਾਰ ਪ੍ਰਵਾਨ ਕਰੋ। ਰੂਪੇ ਅਨੰਗੇ ਆਪ ਨਿਰਾਕਾਰ ਵਿੱਚ ਰੂਪਾਂ ਤੋਂ ਰਹਿਤ ਹੋ, ਅੰਗਾਂ ਤੋਂ ਰਹਿਤ ਹੋ, ਅਭੰਗੇ ਅਨਾਸੇ ਆਸਾ ਤੋਂ ਰਹਿਤ ਹੋ। ਤੁਹਾਨੂੰ ਕੋਈ ਭੰਗ ਨਾਸ ਨਹੀਂ ਕਰ ਸਕਦਾ ਹੈ। ਸਮਸਤੰ ਅਪਾਵੇਂ ਸਾਰਿਆਂ ਨੂੰ ਪੈਦਾ ਕਰਨ ਵਾਲੇ ਹੋ। ਸਮਸਤੰ ਪ੍ਰਕਾਸ਼ ਸਾਰਿਆਂ ਨੂੰ ਮਾਰਾ ਪ੍ਰਕਾਸ਼ ਦੇ ਸਹਿਤ ਕਰਦੇ ਹੋ, ਰੋਜੀ ਦਿੰਦੇ ਹੋ। ਸਮਸਤੰ ਸੰਘਾਰੇ ਸੰਘਾਰਕ ਵੀ ਸਾਰਿਆਂ ਦੇ ਨੂੰ ਇਹ ਸਰਨ ਭਰਨ ਜਾ ਕਾ ਨੇਤਰ ਫੋਰ, ਉਤਪਤ ਲੈਤਾ ਪਰਨਾ ਨੇਤਰ ਦੇ ਫੁਰਨੇ ਨਾ ਕਰ ਦਿੰਦੇ ਹੋ। ਸਮਸਤੰ ਅਲੰਭੋ ਸਾਰਿਆਂ ਦੇ ਆਸਰਾ ਰੂਪ ਹੋ ਮਹਾਰਾਜ ਜੀ। ਨਮੋ ਸੇਕ ਸਾਈ ਇਹ ਸ਼ੇਸ਼ ਨਾਗ ਦੇ ਉੱਤੇ ਉਹਨੂੰ ਸੇਜਾ ਬਣਾ ਕਰਕੇ ਬਿਰਾਜਣ ਵਾਲੇ ਤੁਹਾਨੂੰ ਨਮਸਕਾਰ ਹੈ। ਫਿਰੋ ਜਾਤਿ ਅੰਬੋ ਜਦੋਂ ਪਰਨੋਂ ਮਹਾਪਰਨੋਂ ਕਰਦੇ ਹੋ, ਸ਼ੀਰ ਸਮੁੰਦਰ ਵਿੱਚ ਜਾ ਕਰਕੇ ਸ਼ੇਸ਼ ਨਾਗ ਦੀ ਸੇਜਾ ਤੇ ਜਾ ਕੇ ਇਸਤਤ ਹੋ ਜਾਂਦੇ ਹੋ ਆਪਣੀ ਮੌਜ ਨਾਲ। ਨਮੋ ਦਾੜ ਧਾੜੰ ਬਰਾ ਰੂਪ ਧਾਰ ਕੇ ਬੜੀ ਭਾਰੀ ਕਰੜੀ ਜਾੜ ਰੱਖਣ ਵਾਲਿਓ, ਪੱਥਰ ਵਰਗੀ ਇਹਦੇ ਤੇ ਧਰਤੀ ਖਿੱਚ ਕੇ ਲਿਆਂਦੀ ਪਤਾਲ ਚੋਂ। ਆਪ ਨੂੰ ਨਮਸਕਾਰ ਹੈ, ਬਰਾ ਰੂਪ ਧਾਰਿਆ ਤੁਸੀਂ। ਕਰਾਲੇ ਬਸਾਲੰ ਬੜੇ ਭਿਆਨਕ ਰੂਪ ਧਾਰਨ ਵਾਲੇ ਹੋ ਵੱਡਾ। ਨਮੋ ਖੜਕੇਤੰ ਇਹ ਤਲਵਾਰ ਧਾਰੀ ਸ੍ਰੀ ਅਸਕੇਤ ਜਗਤ ਕੇ ਈਸਾ, ਖੜ ਕੇਤ ਮੈਂ ਸਰਨ ਤੁਹਾਰੀ, ਆਪ ਆਦ ਲਿਓ ਵਾਰੀ। ਵਾਹਿਗੁਰੂ ਵੀ ਸੱਚ ਦੀ ਕਿਰਪਾਨ ਧਾਰੀ ਹੈ, ਕਿਰਪਾਨ ਪਹਿਨੀ ਹੋਈ ਹੈ ਪਰਮੇਸ਼ਰ ਦੇ। ਸੋ ਆਪ ਖੜਕ ਕੇਤਨ ਤਲਵਾਰ ਦੇ ਨਿਸ਼ਾਨ ਵਾਲੇ ਹੋ। ਮਹਾਕਾਲ ਕਾਲੰ ਕਾਲ ਦੇ ਵੀ ਕਾਲ ਕਰਨ ਵਾਲਾ, ਕਾਲ ਨ ਕੋ ਕਾਲ, ਮਹਾਕਾਲ ਨ ਕੋ ਕਾਲ ਹੈ। ਨਮੋ ਚਾਰ ਚਾਰੂ ਸੁੰਦਰ ਤੋਂ ਸੁੰਦਰ ਹੋ ਮਹਾਰਾਜ ਆਪ। ਸਰੂਪੰ ਬਰਾਜੇ ਆਪ ਦਾ ਸੋਹਣਾ ਸਰੂਪ ਬਰਾਜ ਹੈ। ਸਦਾ ਜੈ ਸਦਾ ਜੈ ਤਿੰਨੇ ਕਾਰ ਤੁਹਾਡੀ ਸਦਾ ਜੈ ਜੈਕਾਰ ਹੋਵੇ, ਸਦਾ ਜੈ ਜੈਕਾਰ ਹੋਵੇ। ਨਮੋ ਜੋਧ ਜੁਧੰ ਨਮਸਕਾਰ ਹੈ। ਤੁਸੀਂ ਮਹਾਰਾਜ ਯੁੱਧਾਂ ਦੇ ਅੰਦਰ ਵੀ ਯੁੱਧ ਰੂਪ ਹੋ ਰਹੇ ਹੋ, ਸ਼ਕਤੀ ਸੂਰਮਿਆਂ ਨੂੰ ਦੇਣ ਵਾਲੇ ਹੋ, ਤੁਹਾਨੂੰ ਨਮਸਕਾਰ ਹੈ। ਨਮੋ ਸ਼ਾਂਤ ਸ਼ਾਂਤੰ ਆਪ ਸ਼ਾਂਤੀ ਵਾਲੇ ਜਿਹੜੇ ਪੁਰਸ਼ ਨੇ ਉਹਨਾਂ 'ਚ ਸ਼ਾਂਤੀ ਰੂਪ ਹੋ ਰਹੇ ਹੋ।
ਆਪ ਨੂੰ ਨਮਸਕਾਰ ਹੈ। ਨਮੋ ਅੰਧਕਾਰੇ ਹਨੇਰਾ ਰੂਪ ਵੀ ਤੁਸੀਂ ਪ੍ਰਗਟ ਕੀਤਾ ਹੈ। ਨਮੋ ਜੋਤ ਜੋਤੰ ਹਨੇਰੇ ਦੇ ਵਿੱਚ ਜੋਤ ਵੀ ਤੁਹਾਡੀ ਹੀ ਪ੍ਰਕਾਸ਼ ਰਹੀ ਹੈ, ਤੁਹਾਨੂੰ ਨਮਸਕਾਰ ਹੈ। ਸਮਸਤੰ ਵਿਖੇ ਨੀਤ ਤੋ ਮੈਂ ਸਮਸਤੰ ਸਾਰੀ ਸ੍ਰਿਸ਼ਟੀ ਦਾ ਪਸਾਰਾ ਤੁਹਾਡੇ ਵਿੱਚ ਹੈ, ਤੁਸੀਂ ਸਾਰਿਆਂ ਵਿੱਚ ਹੋ। ਇਹੋ ਜਿਹਾ ਰੂਪ ਵਾਹਿਗੁਰੂ ਤੁਹਾਡਾ ਹੈ। ਨਮਸਤੰ 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 ਜਦੋਂ ਮੈਂ ਆਰੰਭ ਕੀਤਾ ਤਪ ਸਤਜੁਗ ਤੋਂ ਵੀ ਤੁਹਾਨੂੰ ਮੈਂ ਨਮਸਕਾਰ ਕਰਦਾ ਰਿਹਾ। ਤ੍ਰੇਤੇ ਵਿੱਚ ਵੀ ਨਮਸਕਾਰ ਕੀਤੀ, ਦੁਆਪਰ ਵਿੱਚ ਵੀ ਨਮਸਕਾਰ ਕੀਤੀ। ਹੇ ਵਾਹਿਗੁਰੂ, ਕਲਯੁਗ ਆਰੰਭ ਹੋ ਰਿਹਾ ਇਸ ਵੇਲੇ, ਹੁਣ ਤੁਸੀਂ ਮੈਨੂੰ ਸੱਚਖੰਡ ਬੁਲਾਇਆ ਹੈ, ਹੁਣ ਵੀ ਮੇਰੀ ਨਮਸਕਾਰ ਪ੍ਰਵਾਨ ਕਰੋ। ਸਦਾ ਮੰਡਲਾਕਾਰ ਜੋਤੀ ਅਖੰਡੰ ਆਪ ਗੋਲਾਕਾਰ ਸਰੂਪ ਹੈ ਤੁਹਾਡਾ, ਬੜੇ ਅਖੰਡ ਜੋਤੀ ਸਰੂਪ ਹੋ, ਕੱਟਣ ਤੋਂ ਰਹਿਤ। ਅਨਾਦੰ ਅਨੰਤੰ ਆਪ ਅਨਾਦ ਆਦ ਤੁਹਾਡਾ ਕੋਈ ਨਹੀਂ, ਅਨਾਦੀ ਹੋ, ਅੰਤ ਤੋਂ ਰਹਿਤ ਹੋ। ਅਦੰਡੰ ਪ੍ਰਚੰਡੰ ਅਦੰਡ ਤੁਹਾਨੂੰ ਕੋਈ ਨਹੀਂ ਦੰਡ ਦਿੰਦਾ, ਤੁਸੀਂ ਸਾਰਿਆਂ ਨੂੰ ਦੰਡ ਦਿੰਦੇ ਹੋ, ਪ੍ਰਚੰਡੇ ਤੇਜ ਪ੍ਰਤਾਪ ਵਾਲੇ ਹੋ। ਸਤੰ ਲੋਕ ਸੀਸੰ ਆਪ ਜੀ ਦਾ ਵਿਰਾਟ ਰੂਪ ਦੱਸ ਰਹੇ ਨੇ, ਜੇ ਸੱਤ ਉਤਲੇ ਲੋਕ ਨੇ, ਆਪ ਦਾ ਸੀਸ ਹੈ। ਪੰਗ ਹੈ ਪਤਾਲੇ ਜਿਹੜੇ ਪਤਾਲ ਨੇ ਤੁਹਾਡੇ ਚਰਨ ਹਨ। ਸਸੀ ਸੂਰ ਨੇਤਰੰ ਚੰਦਰਮਾ ਤੇ ਸੂਰਜ ਤੁਹਾਡੇ ਨੇਤਰ ਹਨ। ਮੁਖੰ ਜਾਲ ਜਾਲੰ ਹਾਂਜੀ, ਮੁਖੰ ਜਾਲ ਜਾਲੰ ਜਿੰਨੀ ਪ੍ਰਜੁਲਤ ਅਗਨੀ ਹੋ ਰਹੀ ਹੈ, ਪ੍ਰਗਟੇ ਤੁਹਾਡਾ ਮੁਖ ਹੈ। ਕਿਰਪਾਲੰ ਅਕਾਲੰ ਕਾਲ ਤੋਂ ਰਹਿਤ ਹੋ, ਕਿਰਪਾਲੂ ਹੋ ਸਭ ਦੇ ਉੱਤੇ। ਦਕਾਲੰ ਪਰਨਾਸੀ ਖੋਟੇ ਸਮਿਆਂ ਨੂੰ ਨਾਸ ਕਰਨ, ਦੁਕਾਲੰ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਭੂਤੇ। ਖੋਟੇ ਗਾਲ ਨੂੰ, ਸਮੇਂ ਨੂੰ ਨਾਸ ਕਰਨ ਵਾਲੇ ਹੋ, ਦਿਆਲੂ ਹੋ। ਸਦਾ ਜੈ ਨਮੋ ਜੋਤ ਰਾਸੀ ਇਹ ਸਾਰਿਆਂ ਦੇ ਅੰਦਰ ਜੋਤੀ ਸਰੂਪ ਪ੍ਰਕਾਸ਼ਕ ਪਰਮੇਸ਼ਰ, ਆਪ ਦੀ ਸਦਾ ਜੈ ਜੈਕਾਰ ਹੋਵੇ, ਸਦਾ ਜੈ ਜੈਕਾਰ ਹੋਵੇ। ਚਿਦਾਨੰਦ ਸੰਗੀ ਸਦਾ ਸੰਗ ਸੋਹੇ ਸਦਾ ਅੰਗ ਸੰਗ ਹੋ ਕੇ ਸੋਭਦੇ ਹੋ ਮਹਾਰਾਜ, ਚੇਤਨ ਸਰੂਪ ਹੋ। ਨਮੋ ਹੈ ਨਮੋ ਹੈ ਨਮੋ ਹੈ ਨਮੋ ਮੇਰੀ ਹੈ। ਮਨ ਕਰਕੇ ਵੀ, ਬਾਣੀ ਕਰਕੇ, ਸਰੀਰ ਕਰਕੇ, ਰੋਮ ਰੋਮ ਕਰਕੇ ਨਮਸਕਾਰ ਹੈ, ਨਮਸਕਾਰ ਹੈ। ਦੋਹਰਾ ਬਾਰ ਬਾਰ ਕਰਕੇ ਨਮੋ ਐ ਖਾਲਸਾ ਜੀ ਸਾਰਾ ਜਾਪ ਸਾਹਿਬ ਮਹਾਰਾਜ ਨੇ ਖੜ ਕੇ ਉੱਥੇ ਹੱਥ ਜੋੜ ਕੇ ਸੱਚਖੰਡ ਸਭ ਤੋਂ ਪਹਿਲਾਂ ਉਚਾਰਨ ਕੀਤਾ ਹੈ ਦੁਸ਼ਟ ਦਮਨ ਜੀ ਨੇ। ਐਸੀ ਬਾਣੀ ਸਤ ਸੰਗਤ ਜੀ ਬਿਨਾ ਤਪ ਕੀਤੇ ਤੋਂ ਕਿੱਥੇ ਫੁਰਦੀ ਹੈ। ਸਤਿਗੁਰ ਕੀ ਰੀਸੈ ਕੱਚ ਵਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀ ਹੈ। ਗੁਰਬਾਣੀ ਦੇ ਤੁਲ ਬੜੀ ਦੁਨੀਆ ਬਾਣੀਆਂ ਉਚਾਰਦੀ ਫਿਰਦੀ। ਇੱਕ ਜੇਠੂ ਵਾਲੀਆ ਨਵਾਂ ਹੀ ਉੱਠਿਆ ਸੀ ਸਤ ਸੰਗੀ ਮਾਝੇ ਚ, ਉਹਨੇ ਵੀ ਬੜਾ ਗ੍ਰੰਥ ਬਣਾਇਆ। ਇਸੇ ਤਰ੍ਹਾਂ ਹੋਰ ਵੀ ਬੜੇ ਦੁਨੀਆ ਦੇ ਗ੍ਰੰਥ ਦੇਖੀ ਤੇ ਗਰੀਬਦਾਸੀਆ ਸਾਧ ਲਈ ਫਿਰਦੇ ਪੋਥੀ, ਉਹਦਾ ਅਖੰਡ ਪਾਠ ਸ਼ੁਰੂ ਕੀਤਾ ਹੋਇਆ ਉਹਨਾਂ ਨੇ। ਇਸ ਤਰ੍ਹਾਂ ਇੱਕ ਦਰਬਾਰੀ ਦਾਸ ਹੋਇਆ ਸਤ ਸੰਗਤ ਜੀ, ਇਹ ਚੇਲਾ ਸੀ ਸਤ ਸੰਗਤ ਜੀ, ਜਿਹੜਾ ਪਿਰਥੀ ਚੰਦ ਦਾ ਪੋਤਾ ਸੀ। ਕੌਲ ਸੋਢੀ ਦਾ ਪੋਤਾ ਭੈ ਰਾਮ ਦਾ ਚੇਲਾ ਸੀ ਦਰਬਾਰੀ ਦਾਸ। ਉਹਨੇ ਹਰ ਜਸ ਪੋਥੀ ਲਿਖੀ ਹੈ ਕਿ ਬੈਰੋ ਕੇ ਪਿੰਡ ਪਈਆ ਸਮਾਲਸਰ, ਇੱਧਰ ਸਤ ਨਿਕਪੂਰ ਕੋਟਕਪੂਰੇ ਦੇ ਇਲਾਕੇ ਵਿੱਚ। ਉਹ ਵੀ ਉਹਦੇ ਸੁਖਣੀ ਸਾਹਿਬ ਉਚਾਰੀ ਉਹਨੇ ਆਪਣੀ ਕਵਿਤਾ ਦੇ ਅੰਦਰ। ਐ ਬੜੀ ਦੁਨੀਆ ਬਾਣੀਆਂ ਉਚਾਰਦੀ, ਰੀਸਾਂ ਕਰਦੀ। ਰਾਧੇ ਸੁਆਮੀਆਂ ਵੀ ਉਚਾਰਦੇ ਬਾਣੀ ਕੇ ਸਾਡੀ ਬਾਣੀ ਘਟ ਨਹੀਂ, ਪਰ ਖਾਲਸਾ ਜੀ ਗੁਰਬਾਣੀ ਤੋਂ ਗੁਰਬਾਣੀ ਹੋਈ ਹੈ। ਸੋ ਆਪ ਜੀ ਨੇ ਉਹ ਤਪ ਦੇ ਪ੍ਰਤਾਪ ਕਰਕੇ ਜਾਪ ਸਾਹਿਬ ਉਚਾਰਨ ਕੀਤਾ। ਪਦ ਪੰਕਜ ਸਿਰ ਰਾਖ ਆਪ ਨੇ ਸਤੋਤਰ ਕਰਕੇ ਸੰਪੂਰਨ ਸਦਾ ਅੰਗ ਸੰਗੇ ਅਭੰਗੰ ਬਭੂਤੇ ਭੋਗ ਪਾ ਕੇ ਜਾਪ ਸਾਹਿਬ ਦਾ ਮੱਥਾ ਟੇਕ ਦਿੱਤਾ। ਕਹਿਓ ਮੋਹਿ ਆਗਿਆ ਦੀਜੇ ਕੀ ਕਿਹਾ ਮੈਨੂੰ ਤੁਸੀਂ ਬੁਲਾਇਆ ਹੈ, ਹੁਕਮ ਕਰੋ। ਜਿਮ ਰਾਵਰ ਅਬਲਾਖ ਜਿਵੇਂ ਆਪ ਦੀ ਵਾਹਿਗੁਰੂ ਤੁਹਾਡੀ ਇੱਛਾ ਹੈ। ਵਈਆ ਸ੍ਰੀ ਪਰਸ਼ੋਤਮ ਸ੍ਰੀ ਪਰਮਾਤਮ ਸ਼੍ਰੋਮਣੀ ਜੋ ਤੁਮ ਹੈ ਪੁਰਸ਼ਾਂ ਵਿੱਚੋਂ ਪ੍ਰਮਾਤਮ ਰੂਪ ਹੈ। ਸ੍ਰੀ ਪਰਮੇਸ਼ਵਰ ਪਾਵਨ ਪੂਰਨ ਬੜੇ ਪਵਿੱਤਰ ਤੋਂ ਪਵਿੱਤਰ ਪਰਿਪੂਰਨ ਹੈ, ਪਰਮੇਸ਼ਰ ਭੂਤੀ ਵਾਲੇ। ਦੇਖ ਕਿਰਪਾਲ ਪ੍ਰਸੀਦ ਕੇ ਇਹ ਜੇ ਪਰਮੇਸ਼ਰ ਨੇ ਸੱਚ ਜੀ ਦੇਖ ਕੇ ਨਾ ਦੁਸ਼ਟ ਦਮਨ ਜੀ ਵੱਲ ਇਹਨਾਂ ਦੀ ਉਸਤਤੀ ਦੇ ਸੱਚ ਜੀ ਰਚਨਾ ਦੇ ਤੇ ਪ੍ਰਸੰਨ ਹੋ ਕੇ ਬਹੁਤ ਹੀ ਖੁਸ਼ ਹੋਏ। ਜਾ ਦਰਸ਼ਨ ਕੋ ਪਾਵਤ ਪੂਰਨ ਇਹ ਜੇ ਪਰਮੇਸ਼ਰ ਦੇ ਭਾਈ ਝੂਠਾ ਬੰਦਾ ਪਖੰਡੀ ਦਰਸ਼ਨ ਨਹੀਂ ਕਰ ਸਕਦਾ। ਰੂਪ ਅਨੰਤ ਅਨਾਦ ਪ੍ਰਭੂ ਇਹ ਜੇ ਪ੍ਰਭੂ ਆਦ ਤੋਂ ਰਹਿਤ ਅੰਤ ਬੇਅੰਤ ਰੂਪ ਹਨ। ਨਿਜ ਦਾਸਨ ਕੇਰ ਸਹਾਇਕ ਪੂਰਨ ਸਾਰੇ ਥਾਵਾਂ ਤੇ ਆਪਣੇ ਦਾਸਾਂ ਦੀ ਸਹਾਇਤਾ ਕਰਨ ਵਾਲੇ। ਜਾ ਪਦ ਕੇ ਨਖ ਸੁੰਦਰਤਾ ਲਖ ਜਿਸ ਵਾਹਿਗੁਰੂ ਦੇ ਇੱਕ ਨੌ ਦੀ ਜਿਹੜੀ ਸੁੰਦਰਤਾ ਹੈ,
ਆਨਤ ਲੋਕ ਵਿਖੇ ਸਮਰੂਰਨ। ਤਿੰਨਾਂ ਲੋਕਾਂ 'ਚ ਸਤ ਸੰਗ ਜੀ ਕੋਈ ਸੁੰਦਰ ਨਹੀਂ। ਮਹਾਰਾਜ ਦੇ ਪਰਮੇਸ਼ਰ ਦੇ ਨਾਂ ਦੀ ਸੁੰਦਰਤਾਈ ਵੀ ਸਾਰੇ ਬ੍ਰਹਮੰਡਾਂ 'ਚ ਨਹੀਂ ਹੈ। ਸਵਈਆ ਚੰਦ ਤਨ ਗੰਭੀਰ ਸੰਗਨ ਮਿਰਦ ਲਾਂਬੋ। ਇਹ ਜੇ ਸੁੰਦਰ ਸਰੂਪ ਸਤ ਸੰਗਤ ਜੀ, ਸ਼ਾਮ ਸੁੰਦਰਤਾ 'ਚ ਨੀਂਦ ਕਿਉਂ ਆਈ, ਮਹਾ ਮੋਹਨੀ ਦੋਤਾਂ ਲਾਈ। ਇਹ ਜਿਹਾ ਸਰਗੁਣ ਸਰੂਪ ਕਾਲੇ ਤਾਂ ਬਥੇਰੇ ਪਰ ਕਾਲੇ ਸੋਹਣੇ ਨਹੀਂ ਹੁੰਦੇ। ਲੇਕਿਨ ਵਾਹਿਗੁਰੂ ਸਤ ਸੰਗਤ ਜੀ ਬਹੁਤ ਹੀ ਪੋਹ ਧੂਪ ਪ੍ਰਕਾਸ਼। ਜਿਵੇਂ ਸਤ ਸੰਗਤ ਜੀ ਕੇਲੇ ਦੇ ਫੁੱਲ ਦਾ ਰੰਗ ਹੁੰਦਾ ਨਾ, ਇਹੋ ਜਿਹਾ ਭਗਵਾਨ ਦਾ ਰੰਗ ਹੈ। ਸ਼ਾਮ ਹੈ ਨਾਲੇ ਸੁੰਦਰ ਹੈ। ਇਹ ਜੇ ਸੁੰਦਰਤਾਈ ਸਰੂਪ ਵਾਲੇ ਸਤ ਸੰਗਤ ਜੀ ਉਸ ਵੇਲੇ ਬੋਲੇ ਬਾਕ ਮੰਦ ਮੁਸਕਾਨ। ਬਹੁਤ ਹੀ ਹੌਲੀ ਹੌਲੀ ਮੁਸਕਰਾ ਕੇ ਸਹਿਜੇ ਸਹਿਜੇ ਪਿਆਰ ਵਾਲੇ ਬਚਨ ਬੋਲੇ। ਜਦੋਂ ਸਤੋਤਰ ਸੰਪੂਰਨ ਕਰ ਦਿੱਤਾ, ਦੁਸ਼ਟ ਦਮਨ ਜੀ ਨੇ ਜਾਪ ਸਾਹਿਬ ਪੂਰਾ ਕਰ ਲਿਆ। ਦੁਸ਼ਟ ਦਮਨ ਸੁਨ ਪਰਤ ਮੈਂ ਉਪਜਿਓ। ਕੀ ਵਾਹਿਗੁਰੂ ਨੇ ਕਿਹਾ, ਹੇ ਦੁਸ਼ਟ ਦਮਨ ਤੂੰ ਪਹਿਲਾਂ ਜਦੋਂ ਪ੍ਰਗਟ ਹੋਇਆ, ਕਰਿਓ ਤਪੀਸਰ ਨੇ ਮਮ ਧਿਆਨ। ਮੇਰਾ ਧਿਆਨ ਧਾਰ ਕੇ ਸਮੁੰਦ ਰਖੀ ਨੇ ਤੈਨੂੰ ਪ੍ਰਗਟ ਕੀਤਾ ਹੈ। ਆਪਣੇ ਤਪ ਪ੍ਰਭਾਵ ਤੇ ਕੀਨਸ। ਆਪਣੇ ਤਪ ਦੇ ਪ੍ਰਤਾਪ ਕਰਕੇ, ਬਲ ਕਰਕੇ ਸ਼ੇਰ ਦੀ ਜਿਹੜੀ ਖੱਲ ਸੀ ਉਹ ਝਣਕ ਕੇ ਤੁਹਾਨੂੰ ਪ੍ਰਗਟ ਕੀਤਾ, ਮੇਰਾ ਧਿਆਨ ਧਾਰਿਆ। ਕਾਰਨ ਕਰ ਬੇ ਜੁਦ ਮਾਨ। ਕਾਹਤੇ ਪ੍ਰਗਟ ਕੀਤਾ ਸੀ? ਧਰਮ ਦਾ ਯੁੱਧ ਕਰਨ ਵਾਸਤੇ ਤੁਹਾਨੂੰ ਪ੍ਰਗਟ ਕੀਤਾ ਸੀ। ਤੁਸੀਂ ਰਾਖਸ਼ ਮਾਰੇ, ਜਾਂ ਤੇ ਅੰਸ਼ ਹੈ ਤੂੰ ਹਮਰੀ। ਇਸ ਕਰਕੇ ਤੁਸੀਂ ਸਾਡੀ ਅੰਸ਼ ਹੋ। ਇਹ ਵਿਦ ਕਰਤ ਤਪੱਸਿਆ ਭਇਓ, ਦੁਆਇਤ ਏਕ ਰੂਪ ਹੋ ਗਇਓ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਹ ਕੇਵਲ ਮੋਕਸ਼ ਵਾਲਿਆਂ ਨੂੰ ਪਦਵੀ ਪ੍ਰਾਪਤ ਹੁੰਦੀ। ਅੱਜ ਸਤ ਸੰਗ ਜੀ ਗੁਰ ਪਰਮੇਸ਼ਰ ਏਕ ਹੈ, ਸਭ ਮੈਂ ਰਿਹਾ ਸਮਾਏ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭਾਵੇਂ ਆਪਣੀ ਬਾਣੀ 'ਚ ਲਿਖਿਆ ਨਿਮਰਤਾ ਧਾਰ ਕੇ, ਜੋ ਹਮਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ। ਜਿਹੜਾ ਸਾਨੂੰ ਕੋਈ ਪਰਮੇਸ਼ਰ ਕਹੂਗਾ ਨਰਕਾਂ ਨੂੰ ਜਾਊ। ਇੱਥੇ ਤੱਕ ਖਾਲਸੇ ਨੂੰ ਤਾੜਿਆ ਹੈ ਕਿ ਕਿਤੇ ਪਹਿਲਿਆਂ ਅਵਤਾਰਾਂ ਵਾਂਗੂ ਮੇਰਾ ਨਾਂ ਹੀ ਨਾ ਜਪਣ ਲੱਗ ਜਾਣ ਵਾਹਿਗੁਰੂ ਦਾ ਛੱਡ ਕੇ। ਹਨ ਸਤਿਗੁਰੂ ਜੀ ਬ੍ਰਹਮ ਰੂਪ ਅਕਾਲ ਪੁਰਖ ਅੰਤਰਜਾਮੀ ਨੇ ਆਪ ਮਾਨਤਾ ਦਿੱਤੀ ਹੈ ਕਿ ਸਾਡਾ ਅੰਸ਼ ਹੋ, ਸਾਡਾ ਰੂਪ ਹੋ। ਪਰ ਸਤ ਸੰਗਤ ਜੀ ਖਾਲਸੇ ਨੂੰ ਮਾਰੇ ਤਾੜਨਾ ਕੀਤੀ ਹੈ। ਜੇ ਭਏ ਪਹਿਲ ਅਵਤਾਰਾ, ਆਪ ਤਨ ਜਾਪ ਉਚਾਰਾ। ਇਹ ਖਾਲਸਾ ਜੀ ਜਿਹੜੇ ਪਹਿਲਾਂ ਅਵਤਾਰ ਹੋਏ ਉਹਨਾਂ ਨੇ ਆਪੋ ਆਪਣਾ ਜਾਪ ਜਪਾਇਆ, ਵਾਹਿਗੁਰੂ ਦਾ ਜਾਪ ਕਿਸੇ ਨੇ ਵੀ ਨਹੀਂ ਜਪਾਇਆ। ਸਮਾਂ ਤੇ ਘਰ ਵਾਲੀਆਂ ਦਾ ਪਹਿਲਾਂ ਜਪਾਇਆ ਮੋਹਦਿਆਂ ਮਾਰਿਆਂ ਨੇ, ਸੀਤਾ ਰਾਮ ਸੀਤਾ ਰਾਮ, ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ। ਰਾਧਿਕਾ ਤੇ ਸੀਤਾ ਹੀ ਪ੍ਰਧਾਨ ਹੋ ਗਈਆਂ ਉੱਥੇ। ਉਹਨਾਂ ਨਾਮਾਂ ਦੇ ਵਿੱਚ ਇੱਥੇ ਕਦੇ ਕਿਹਾ ਸਤ ਸੰਗਤ ਜੀ ਮਾਤਾ ਸੁਲੱਖਣੀ ਦਾ ਨਾਮ ਖਾਨੀ ਸਾਰੇ ਜਾਣਦੇ ਆ, ਖਾਨੀ ਨਹੀਂ। ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ, ਸਾਰਿਆਂ ਨੂੰ ਨਾਮ ਨਹੀਂ ਸਤ ਸੰਗਤ ਜੀ ਔੜ ਦੇ ਛੇਤੀ। ਬਲਿਹਾਰ ਜਾਈਏ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੋਂ ਆਪਨੇ ਖਾਲਸਾ ਜੀ ਜੇ ਜਪਾਇਆ ਹੈ ਤਾਂ ਅਕਾਲ ਪੁਰਖ ਅੰਤਰਜਾਮੀ ਦੇ ਲੜ ਲਾਇਆ ਆਪਾਂ ਨੂੰ। ਨਾਲੇ ਵਾਹਿਗੁਰੂ ਦਾ ਰੂਪ ਹਨ ਪਰ ਵਾਹਿਗੁਰੂ ਦਾ ਹੀ ਜਾਪ ਜਪਾਇਆ ਹੈ। ਇਸ ਪੰਥ ਦੇ ਅੰਦਰ ਖਾਲਸਾ ਜੀ ਕਿਣਕਾ ਮਾਤਰ ਵੀ, ਅਣੂ ਮਾਤਰ ਵੀ ਕੋਈ ਸਤ ਸੰਜੀ ਪਖੰਡ ਨਹੀਂ ਹੈ। ਇਹੋ ਜਿਹਾ ਗੁਰਮੁਖ ਪੰਥ ਅਤੀਤੰ ਜਿਨ੍ਹਾਂ ਨੇ ਸਤ ਸੰਜੀ ਭਾਗਾਂ ਵਾਲਿਆਂ ਨੇ ਇਹਦੇ ਵਿੱਚ ਸਤ ਸੰਜੀ ਹਾਜ਼ਰ ਹੋ ਕੇ ਜਨਮ ਸਫਲਾ ਕਰ ਲਿਆ। ਉਹ ਉਧਰ ਗਏ ਜਿਨ੍ਹਾਂ ਨੇ ਸ਼ੰਕਾ ਹੱਥ 'ਚ ਫੜ ਲਈ, ਫੇਰ ਵੀ ਇੰਨਾ ਸਤ ਸੰਗੀ ਸੁੱਧ ਹੁੰਦੇ ਆ ਪੰਥ, ਫੇਰ ਵੀ ਘਿਰਨਾ ਕਰੀ ਜਾਣੀ, ਗੁਰਬਾਣੀ ਤੇ ਸ਼ੰਕਾ ਕਰੀ ਜਾਣੀਆਂ, ਪੰਥ ਖਾਲਸੇ ਤੇ ਕਰੀ ਜਾਣੀਆਂ। ਇਹ ਮਾੜੇ ਕਰਮਾਂ ਦੀ ਨਿਸ਼ਾਨੀ ਦਾ ਹੋਰ ਕੀ ਹੈ। ਸੋ ਵਾਹਿਗੁਰੂ ਨੇ ਕਿਹਾ ਹੈ, ਹੇ ਦੁਸ਼ਟ ਦਮਨ ਤੂੰ ਸਾਡੀ ਅੰਸ਼ ਸਾਡਾ ਰੂਪ ਹੈ। ਤਪੇ ਮਹਾ ਤਪ ਕੈ ਨਾ ਸਮਾਨ। ਜਿੰਨਾ ਤਾਂ ਤਪ ਕੀਤਾ ਤੇਰੇ ਸਮਾਨ ਕਿਸੇ ਨੇ ਤਪ ਨਹੀਂ ਕੀਤਾ। ਬਥੇਰੇ ਤਪਸੀ ਹਨ ਮਾਤ ਲੋਕ ਵਿੱਚ, ਨਹੀਂ ਕਿਸੂ ਵੀ ਤਪਿਓ ਇਤੋ ਤਪ। ਤੇਰੇ ਜਿੰਨਾ ਤਪ ਕਿਸੇ ਨੇ ਹੁਣ ਤਾਈਂ ਤਪਾਇਆ ਨਹੀਂ। ਤੀਨ ਜੁਗਨ ਲੋਕੀਨ ਮਹਾਨ। ਬੜਾ ਭਾਰੀ 3 ਯੁਗਾਂ ਤੱਕ ਤੁਸੀਂ ਤਪ ਕੀਤਾ। ਅਬ ਅਵਤਾਰ ਪ੍ਰਿਥਵੀ ਤਲ ਧਰ ਕੇ। ਹੁਣ ਸਾਡਾ ਹੁਕਮ ਹੈ ਪ੍ਰਿਥਵੀ ਮਾਤ ਲੋਕ ਦੇ ਤਲੇ ਤੇ ਦੁਬਾਰਾ ਅਵਤਾਰ ਧਾਰੋ। ਮੇਰੋ ਕਾਜ ਕਰੋ ਬਚਮਾਨ। ਸਾਡਾ ਬਚਨ ਮੰਨ ਕੇ ਕੰਮ ਕਰੋ ਪਰਉਪਕਾਰ ਦਾ। ਦੁਸ਼ਟ ਜਮਨ ਨੇ ਭ੍ਰਿਸ਼ਟ ਹਿੰਦ ਕੇ। ਕਲਯੁਗ ਦਾ ਸਮਾਂ ਆਰੰਭ ਹੋ ਚੁੱਕਿਆ। ਦੁਸ਼ਟ ਮਲੇਸ਼ਾਂ ਨੇ, ਪਾਪੀਆਂ ਮੁਸਲਮਾਨਾਂ ਨੇ ਹਿੰਦਵਾਸ
ਵਾਸੀਆਂ ਦੀ ਜਿਹੜੀ ਧਰਤੀ ਭਾਰਤ ਭੂਮੀ ਹੈ ਅਪਵਿੱਤਰ ਕਰ ਦਿੱਤੀ। ਤੁਮ ਅਲੰਭ ਹੋਵੋ ਸਵਧਾਨ, ਸਾਵਧਾਨ ਹੋ ਕੇ ਤੁਸੀਂ ਆਸਰਾ ਬਣੋ ਜਾ ਕੇ। ਮਨੁੱਖ ਤਨ ਧਰ ਲੀਲਾ ਨਿਜ ਕਰ, ਮਾਨਸ ਦੇਹੀ ਦੁਆਰਾ ਧਾਰ ਕੇ ਲੀਲਾ ਕਰੋ ਜਾ ਕੇ ਕੌਤਕ ਕਰੋ। ਸਤਿਆ ਨਾਮ ਭਗਤੀ ਦੇਹੁ ਦਾਨ, ਸੱਚੇ ਨਾਮ ਦਾ ਤੇ ਭਗਤੀ ਦਾ ਦਾਨ ਦੇਵੋ ਸਾਰਿਆਂ ਜੀਵਾਂ ਨੂੰ। ਸੁਣ ਕੇ ਦੁਸ਼ਟ ਦਮਨ ਕਰ ਜੋਰੇ, ਜਿਸ ਵੇਲੇ ਸਤ ਸੰਗਤ ਜੀ ਹੁਕਮ ਹੋ ਗਿਆ ਦੁਸ਼ਟ ਦਮਨ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਹੱਥ ਜੋੜੇ। ਤਾਂ ਜਾਨ ਮੈਂ ਬਿਘਨ ਵਿਸਾਲ, ਕੀ ਕਿਹਾ? ਉੱਥੇ ਜਾਣ ਚ ਜੀ ਵਿਘਨ ਬਹੁਤ ਨੇ, ਬਹੁਤ ਕਸ਼ਟ ਝੱਲਣੇ ਪੈਣਗੇ। ਚਿਤ ਨਾ ਭਇਓ ਹਮਰੋ ਆਵਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨ ਮੈਂ। ਮਹਾਰਾਜ ਨੇ ਕਿਹਾ ਸਾਡਾ ਜੀ ਨਹੀਂ ਸੀ ਕਰਦਾ ਆਉਣ ਨੂੰ, ਸੋ ਖਾਲਸਾ ਹੀ ਸਮਾਂ ਉੱਤੇ ਜਾ ਰਿਹਾ ਹੈ। ਕੀਰਤਨ ਦਾ ਰਸ ਵੀ ਆਪ ਨੇ ਮੰਨਣਾ ਹੈ। ਜਿਸ ਪ੍ਰਕਾਰ ਆਪ ਜੀ ਸਤ ਸੰਗਤ ਜੀ ਪਹਿਲਾਂ ਤਾਂ ਕਹਿਣਗੇ ਮਹਾਰਾਜ ਜਾਣ ਨੂੰ ਜੀ ਨਹੀਂ ਕਰਦਾ, ਫਿਰ ਵਾਹਿਗੁਰੂ ਤੋਂ ਸਤ ਸੰਗਤ ਜੀ ਹੁਕਮ ਮੰਨ ਕੇ ਪਰਮੇਸ਼ਰ ਦਾ ਆ ਜਾਣਾ। ਸਤ ਸੰਗਤ ਜੀ ਇੱਧਰ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਸਤ ਸੰਗਤ ਜੀ ਗੁਜਰੀ ਜੀ, ਮਾਤਾ ਨਾਨਕੀ ਜੀ ਸਵਾਸ ਸਵਾਸ ਅਰਾਧ ਰਹੇ ਨੇ ਕਿ ਕਦੋਂ ਸਾਹਿਬਜ਼ਾਦੇ ਦੇ ਦਰਸ਼ਨ ਹੋਣ। ਇਹ ਕਥਾ ਖਾਲਸਾ ਜੀ ਕੱਲ ਨੂੰ ਵਿਚਾਰਾਂਗੇ। ਭੁੱਲਾਂ ਚੁੱਕਾਂ ਮਾਫ ਕਰਨੀਆਂ, ਸਤਿਗੁਰੂ ਜੀ ਕਿਰਪਾ ਕਰਨ ਆਪਣੀਆਂ ਘੜੀਆਂ ਲੇਖੇ ਲਾਉਣ। ਰਾਗੀ ਸਿੰਘ ਆਗੇ ਸਤ ਸੰਗਤ ਜੀ ਕੀਰਤਨ ਆਪ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।